लेकिन ऐसे ने जलील है कि बेतरबे ना इन्होंने बदतमीजियां कीतियां ने। मैं क्या वो हर कादियानी करता है ना, जी है इसे हुई तो कह इसे रही इसे जी। जी दुरुस्त फरमा रहे हो। मैं क्या हर कादियानी करता, कोई ऐसा अच्छा कादियानी है वे ਜਿਹੜਾ ਬਦਤਮੀਜ਼ੀ ਨਹੀਂ ਕਰਦਾ ਜਾਂ ਮਤਲਬ ਤੋਹੀਨ ਨਹੀਂ ਕਰਦਾ, तो दस ਦਿਓ ਕਿ ਭਾਈ ਫਲਾਂ ਫਲਾਂ ਕਾਦੀਆਨੀ ਹੈ, ਉਹ ਬਦਤਮੀਜ਼ੀ ਨਹੀਂ ਕਰਦਾ ਤੇ ਤੋਹੀਨ ਨਹੀਂ ਕਰਦਾ। ਜਦੋਂ ਉਹਨਾਂ ਦੇ ਗੁਰੂ शाह ਨੇ साहब ਕੀਤੀ, राती ਉਹਨਾਂ ਦੇ ਖਲੀਫਿਆਂ ਨੇ ਕੀਤੀਆਂ, ਤੇ ਇਹ ਛੋਟਿਆਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਜਿਹੜੇ ਉਹਨਾਂ ਦੇ ਮੰਨਣ ਵਾਲੇ ਨੇ? ਸ਼ਾਹ ਸਾਹਿਬ ਇੱਕ ਸਵਾਲ ਹੈ ਕਿ ਜੀ ਇਹ ਜੀ। ਮਰਦਈ ਆਪਣੀਆਂ शाह ਕਿਤਾਬਾਂ ਦੇ ਕਿਉਂ ਨਹੀਂ ਗੱਲ ਕਰਦੇ, ਉਹ ਕਿਤਾਬਾਂ ਨੂੰ ਕਿਉਂ ਨੱਸਦੇ ਨੇ? ਹਾਂਜੀ ਉਹ ਬਸ ਇਹ ਤੇ ਹੁਣ ਕੋਈ ਕਾਦੀਆਨੀ ਆਏਗਾ ਤੇ ਉਹਨੂੰ ਪੁੱਛਾਂਗੇ ਨਾ ਜੀ। ਇਹੋ ਹੀ ਤੇ ਮੈਂ ਕਹਿ ਰਿਹਾ ਹਾਂ, ਸ਼ਿਕਾਰ ਤੋਂ ਮੁਰਾਦ ਹੀ ਮੇਰੀ ਇਹ ਵੇ ਕਿ ਭਾਈ ਗੱਲ ਕਰਾਂਗੇ ਅਸੀਂ। ਕੱਲ 2 ਵਾਰੀ ਮੌਕਾ ਬਣਿਆ ਤੇ 2 ਵਾਰੀ ਨੱਸੇ ਨੇ। ਜੇ ਤੇ ਇਹ ਚੀਜ਼ ਵਿੱਚ ਲੈ ਹੀ ਜਾਏ ਕਿ ਗੁਸਤਾਖੀ ਕਰਦਾ ਹੈ ਤੇ ਭਾਈ ਲਿਹਾਜ਼ਾ ਗੱਲ ਨਾ ਕਰੋ, ਤੇ ਫਿਰ ਕਿਸੇ ਕਾਦੀਆਨੀ ਨਾਲ ਵੀ ਸਾਨੂੰ ਨਹੀਂ ਕਰਨੀ ਚਾਹੀਦੀ। ਉਹ ਤੇ ਦੁਨੀਆ ਦਾ ਹਰ ਕਾਦੀਆਨੀ ਕਰਦਾ, ਕਿਹੜਾ ਕਾਦੀਆਨੀ ਜਿਹੜਾ ਨਹੀਂ ਕਰਦਾ? ਜਦੋਂ ਮੁਕਾਲਮਾਤ ਹੋਣਗੇ, ਰਿਕਾਰਡਿੰਗ ਹੋਏਗੀ, ਕੌਮ ਦੇ ਸਾਹਮਣੇ ਜਾਏਗਾ, ਦੁਨੀਆ ਦੇ ਸਾਹਮਣੇ ਇਹਨਾਂ ਦਾ ਅਸਲ ਚਿਹਰਾ ਜਾਏਗਾ, ਠੀਕ ਹੈ ਨਾ? ਕਿ ਇਹ ਜੇ ਕਾਦੀਆਨੀਅਤ, ਇਹ ਪਈ ਜੇ ਕਾਦੀਆਨੀਅਤ, ਜਿਹੜਾ ਇਹਨਾਂ ਨੇ ਪਾਰਸਾਈ ਦੇ ਨਕਾਬ ਓੜ ਕੇ ਰੱਖੇ ਨੇ ਚਿਹਰੇ ਦੇ ਉੱਤੇ, ਔਰ ਇਸਲਾਮ ਦੇ ਨਕਾਬ ਓੜੇ ਨੇ, ਉਹ ਲੋਕਾਂ ਨੂੰ ਪਤਾ ਵੀ ਤੇ ਚੱਲਿਆ ਕੀ ਨੇ। मुफ्ती साहब है थले एक आया है, अहमद बच्चे तेरे नंबर पूरे नहीं, पुत्र मेरा नंबर पूरे कर ते उत्ते आप। ਹਾਂਜੀ शाह साहब राती कादियानी कहंदा है कि अल्लाह दा नाम जड़ा है इर्तिकाई अमल दे विचों गुजर ईल नफल विचों इर्तिकाई अमल तो गुजर के ते अल्लाह तक पहुंचा कुरान पाक दे विच। ਉਹ ਬੜਾ ਕੁਝ ਮੈਨੂੰ ਤਾਂ ਕਹਿੰਦੇ ਨੇ ਮੈਨੂੰ ਲੱਗਦਾ ਪਏ। ਸਾਰੇ ਦੇਖੋ ਮੁਲਜ਼ਮ ਵੀ ਨੇ। ਰੋਜ਼ਾਨਾ ਬੈਠ ਕੇ ਸਾਡੀਆਂ ਬਰਾਡਾਂ ਦੇ ਉੱਤੇ ਇੱਕ ਨਵਾਂ ਹੀ ਨਮੂਨਾ ਸਾਹਮਣੇ ਆਉਂਦਾ ਹੈ। ਇਹ ਜਿਹੜਾ ਬੇਸਨ ਨਾਮ ਦਾ ਥੱਲੇ ਬੈਠਾ ਜੇ, ਕੱਲ ਤੱਕ ਇਹ ਕਾਦੀਆਨੀ ਸਾ ਜੇ, ਹੁਣ ਉਹ ਐਥੀਇਸਟ ਹੋ ਗਿਆ ਜੇ। ਉਹ ਇੰਝ ਦੇ ਹੀ ਨੇ ਨਾ ਜੀ, ਉਹ ਨਵੇਂ ਤੋਂ ਨਵਾਂ ਹੀ ਇੱਕ ਚੀਜ਼ ਤੁਹਾਡੇ ਸਾਹਮਣੇ ਆਏਗੀ, ਰੋਜ਼ ਇੱਕ ਨਵੀਂ ਚੀਜ਼ ਤੁਹਾਨੂੰ ਸੁਣਨ ਨੂੰ ਮਿਲੇਗੀ। मुफ्ती साहब वो बासन दस रहा है भाई, मैं कोई एक हफ्ता होया है ना 1 वीक ते मैं खुल के सामने आ गया, तो मैं क्या हूँ मिर्जाइयां दे खिलाफ गल करांगा? मिर्जे गुलाम अहमद कादियानी ते लानत ही आई। ਤੇ ਉਹ ਹੀ ਨਾ, ਉਹ ਤੇ ਕਾਦੀਆਨੀ ਸੀ ਨਾ, ਪਹਿਲੇ ਕਾਦੀਆਨੀ ਸਾ ਜੇ, ਤੇ ਹੁਣ ਉਹ ਐਥੀਇਸਟ ਹੋ ਗਿਆ। ਇਹ ਰੋਲਾ ਹੋਇਆ ਨਾ ਜੀ। ਸ਼ਾਹ ਸਾਹਿਬ ਇੱਕ ਸਵਾਲ ਆਇਆ ਮਾਈਂਡ 'ਚ, ਜੇ ਇਜਾਜ਼ਤ ਹੋ ਤੇ ਇਜਾਜ਼ਤ ਹੋ। ਜੀ 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 ਜੀ। ਸ਼ਾਹ ਸਾਹਿਬ ਫੋਰ ਐਗਜ਼ਾਮਪਲ ਇੱਕ ਬੰਦਾ ਮੁਸਲਿਮ ਹੈ, ਉਹ ਆਈਡੀ ਬਣਾ ਕੇ ਏਥੀਅਸਟ ਬਣ ਜਾਂਦਾ ਜਾਂ ਅਹਿਮਦੀ ਕਾਦੀਆਨੀ ਬਣ ਕੇ ਅਗਲੇ ਮੁਸਲਮਾਨ ਨਾਲ ਗੱਲ ਕਰਦਾ, ਜਿੱਦਾਂ ਤੁਹਾਡੇ ਨਾਲ ਹੀ ਗੱਲ ਕਰਦਾ, ਉਹਦੇ ਉੱਤੇ ਸ਼ਰਈ ਹੁਕਮ ਕੀ ਹੈ ਕਿ ਉਹ ਆਈਡੀ ਬਣਾਉਣ ਤੇ ਉਹ ਉਹਨਾਂ 'ਚੋਂ ਹੀ ਹੋ ਗਿਆ, ਕਾਫਰ ਹੋ ਗਿਆ ਕਿ ਨਹੀਂ? ਹੋ ਗਿਆ ਜੀ ਉਸੇ ਟਾਈਮ। ਇਹੋ ਹੀ ਤਾਂ ਕੱਲ ਡਿਬੇਟ ਹੋਈ ਏ। ਇਹ ਹਜੇ ਵੀ ਮੇਰੇ YouTube ਚੈਨਲ ਖਤਮਨ ਉਸ ਟਾਈਮ ਦੇ ਉੱਤੇ ਕੱਲ ਦੀ ਸਾਰੀ ਕਾਰਵਾਈ ਮੈਂ ਲਾਈਵ ਕੀਤੀ ਜੇ। ਇਸ ਟਾਈਮ ਵੀਡੀਓ ਚੱਲ ਰਹੀ ਹੈ। ਉਹ ਜਿਹੜਾ ਮੁੰਡਾ ਸੀ ਹਸਨੈਨ ਨਾਮ ਦਾ, ਉਹ ਵਾਅਦਾ ਕੁਫਰ ਕਰ ਰਿਹਾ ਸੀ ਨਾ। ਉਹਨੇ ਆਖਰੀ ਦਮ ਤੱਕ, ਉਹ ਇੰਜੀਨੀਅਰ ਮਿਰਜ਼ਾ ਜੂਨੀਅਰ ਜੇਲਮੀ ਦਾ ਸਟੂਡੈਂਟ ਸੀ, ਤੇ ਉਹਨੇ ਆਖਰੀ ਦਮ ਤੱਕ ਨਹੀਂ ਮੰਨਿਆ। ਉਹ ਹੁੰਦਾ ਨਹੀਂ ਮੈਂ ਜੋ ਉਹਨੂੰ ਸਾਰੇ ਸਾਡੇ ਬੰਦੇ ਜ਼ਿਆ ਰਸੂਲ, ਆਮਿਰ ਨਜ਼ੀਰ, ਮੈਂ ਹੋਰ ਵੀ ਬੰਦੇ ਸਾਡੇ ਸਮਝਾਉਂਦੇ ਰਹੇ, ਲੇਕਿਨ ਉਹ ਸਮਝਿਆ ਨਹੀਂ। ਉਹ ਹੁੰਦਾ ਨਹੀਂ ਮੈਂ ਜੋ ਹੈ ਵਾਂ, ਮੈਂ ਠੀਕ ਹਾਂ। ਵਾਅਦਾ ਕੁਫਰ ਵੀ ਕੁਫਰ ਹੁੰਦਾ ਹੈ। ਕਿਸੇ ਬੰਦੇ ਨੇ ਕਿਹਾ ਮੈਂ 100 ਸਾਲ ਬਾਅਦ ਕਾਫਰ ਹੋ ਜਾਊਂਗਾ, ਉਹ ਉਸੇ ਟਾਈਮ ਕਾਫਰ ਹੋ ਗਿਆ। ਕਿਸੇ ਨੇ ਕਿਹਾ ਮੈਂ 500 ਸਾਲ ਬਾਅਦ ਕਾਫਰ, ਹਾਲਾਂਕਿ ਉਹਨੇ ਮਰ ਜਾਣਾ ਹੈ, ਲੇਕਿਨ ਇੱਕ ਵਾਅਦਾ ਕੁਫਰ ਕੁਫਰ ਹੁੰਦਾ ਹੈ। ਇਹ ਜਿਹੜੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਇਹ ਝੂਠੀ ਮੂਠੀ ਦੇ ਉਹ ਜਿਹੜੇ ਕਰਦੇ ਨੇ ਨਾ ਸਾਈਨ, ਕਾਫਰ ਹੋਣ ਦੇ, ਕਾਦੀਆਨੀ ਹੋਣ ਦੇ, ਉਹ ਉਲਮਾ ਕਿਰਾਮ ਫਰਮਾਉਂਦੇ ਨੇ ਉਸੇ ਟਾਈਮ ਹੋ ਗਿਆ। ਈਮਾਨ ਨੂੰ ਇਹਨਾਂ ਨੇ ਇੰਨਾ ਕਮਜ਼ੋਰ ਸਮਝਿਆ, ਇੰਨੀ ਛੋਟੀ ਚੀਜ਼ ਸਮਝਿਆ ਵੇ ਕਿ ਈਮਾਨ ਦੇ ਨਾਲ ਮਜ਼ਾਕ ਮਸਕਰੀਆਂ ਕਰਦੇ ਨੇ। ਤੇ ਇਹ ਗੱਲ ਹੈ। ਔਰ ਫਿਰ
ਫਿਰ ਇਹਨਾਂ ਪਾਗਲਾਂ ਨੂੰ ਪਤਾ ਹੀ ਕੱਖ ਨਹੀਂ। ਫਿਰ ਕੁਫਰ ਦੇ ਉੱਤੇ ਜਿਹੜਾ ਹੁੰਦੀ ਹੈ ਨਾ ਜੀਰਾ ਕਰਨਾ, ਕੁਫਰ ਦੇ ਉੱਤੇ ਜੀਰਾ ਕਰਨਾ, ਇਸਰਾਰ ਕਰਨਾ, ਉਹਦੇ ਤੇ ਪੱਕਾ ਹੋ ਜਾਣਾ, ਉਹ ਡਬਲ ਕੁਫਰ ਹੋ ਜਾਂਦਾ ਹੈ, ਕੁਫਰ ਦਰ ਕੁਫਰ ਹੋ ਜਾਂਦਾ ਹੈ। ਉਹਨੂੰ ਅਸੀਂ ਕੱਲ ਇੱਕ ਬੰਦੇ ਨੂੰ ਲੈ ਕੇ ਤਕਰੀਬਨ ਕੋਈ ਅੱਲਾ ਤੁਹਾਡਾ ਭਲਾ ਕਰੇ 3.5 ਘੰਟੇ 4 ਘੰਟੇ ਤਕਰੀਬਨ ਰਾਉਂਡ ਅਬਾਊਟ 4 ਘੰਟੇ ਇੱਕ ਬੰਦੇ ਦੇ ਲੱਗੇ ਜੇ, ਔਰ ਮੈਂ ਜਾਣ ਬੁੱਝ ਕੇ ਇਹ 4 ਘੰਟੇ ਲਾਏ ਨੇ ਕਿਉਂਕਿ ਰਿਕਾਰਡਿੰਗ ਚੱਲ ਰਹੀ ਸੀ ਹਰ ਚੀਜ਼ ਦੀ। ਮੈਂ ਕਿਹਾ ਇਹਨਾਂ ਨੂੰ ਅਸੀਂ ਐਕਸਪੋਜ਼ ਕਰਨਾ ਹੈ ਔਰ ਇਹ ਇੱਕ ਨਜ਼ਰੀਆ ਜਿਹੜਾ ਵਾ ਕੌਮ ਦੇ ਸਾਹਮਣੇ ਜਾਣਾ ਚਾਹੀਦਾ ਹੈ ਕਿ ਅਸਲ ਹਕੀਕਤ ਕੀ ਹੈ। ਤੇ ਬਾਤ ਹੈ ਵੇ ਇੱਕ ਤਰਫੋਂ ਆਂਦਾ ਹੈ ਪਿਆ ਮੈਂ ਜਾਹਿਲ ਹਾਂ, ਦੂਸਰੀ ਤਰਫ ਮੈਂ ਉਹਨੂੰ ਦੱਸਿਆ, ਮੈਂ ਕਿਹਾ ਤੂੰ ਨਹੀਂ ਮੈਨੂੰ ਸ਼ਾਇਦ ਜਾਣਦਾ, ਤੇ ਇਹ ਦੂਸਰੇ ਦੋਸਤ ਮੈਨੂੰ ਜਾਣਦੇ ਨੇ ਕਿ ਮੈਂ ਇੱਕ ਮੁਫਤੀ ਹਾਂ, ਮੇਰੇ ਨਾਮ ਦੇ ਨਾਲ ਵੀ ਮੁਫਤੀ ਲਿਖੀ ਹੈ, ਤੇ ਮੈਂ ਆਲਮ ਦੀਨ ਹਾਂ, ਤੇ ਮੈਂ ਤੈਨੂੰ ਬੜੇ ਵਸੂਕ ਨਾਲ ਇਹ ਫਤਵਾ ਦੇ ਰਿਹਾ ਵਾਂ, ਹੁਕਮੇ ਸ਼ਰੀ ਦੱਸ ਰਿਹਾ ਕਿ ਕੁਫਰ ਤੂੰ ਕਰ ਰਿਹਾ। ਆਂਦਾ ਨਾ ਤੂੰ ਜਾ, ਤੂੰ ਵੱਡਾ ਮੁਫਤੀ ਆਇਆ। शाह साहब कथा कलाम में माफ इस पे गल कर ले जी, थोड़ी जी एक मैं अर्ज करना चाहना। हाँ जी हाँ जी जरूर। ਇਹ ਜਿਹੜੇ ਸਾਹਿਬ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਚਲੋ ਨਾਮ ਹੀ ਲੈਣਾ ਚਾਹੀਦਾ ਹੈ ਅਗਰ ਕਿਸੇ ਨੂੰ ਇਸਲਾਹ ਦੀ ਦਰਕਾਰ, ਇਸਲਾਹ ਦੀ ਜ਼ਰੂਰਤ ਹੋਵੇ ਤੇ ਅਸਾਂ ਤੇ ਇਸ ਕਾਬਿਲ ਨਹੀਂ ਹੈ, ਲੇਕਿਨ ਤੁਸੀਂ ਮੌਜੂਦ ਹੋ ਨਾ। ਇਹ ਭਾਈ ਮਿਊਟ ਕਰੋ। ਅੱਛਾ ਮੇਰਾ ਤਰਫੋਂ ਆ ਰਹੀ ਹੈ ਐਕੋ ਵਾਪਸ। ਅੱਛਾ ਉਹ अर्ज ਇਹ ਹੈ ਕਿ ਮੈਂ ਅਸਹਾਬੇ ਕਾਫ ਦੇ ਬਾਰੇ ਚ ਨਾ ਕੋਈ ਇਸੇ ਤਰ੍ਹਾਂ ਗੱਲ ਹੋਈ ਹੈ ਤੇ ਮੈਂ ਥੋੜਾ ਜਿਹਾ ਚੌਂਕ ਗਿਆ। ਉਹ ਸਾਹਬ ਫਰਮਾਉਂਦੇ ਨੇ ਕਿ ਜੀ ਅਸਹਾਬੇ ਕਾਫ ਹਾਲੀ ਤੱਕ ਜ਼ਿੰਦਾ ਨੇ, ਔਰ ਤੇ ਮੈਂ ਫਿਰ ਕੁਐਸਚਨ ਕੀਤਾ ਉਹਨਾਂ ਦਾ, ਇੱਕ ਨਾਲ ਉਹਨਾਂ ਦੇ ਕਿਤਮੀਰ ਸੀ ਕੁੱਤਾ, ਕਿਤਮੀਰ ਦੇ ਨਾਂ ਦਾ, ਉਹ ਵੀ ਜ਼ਿੰਦਾ ਹੈ ਕਿ ਹੱਥ ਫੈਲਾਏ ਗਾਰ ਦੇ ਦਾਣੇ ਤੇ ਉਹ ਬੈਠਾ ਹੈ, ਕਲਬਹੁਮ ਬਾਸਿਤੁਨ ਜ਼ਿਰਾਈ ਬਿਲ ਵਸੀਦ। ਤੇ ਉਹ ਕਹਿੰਦੇ ਨੇ ਜੀ ਬਿਲਕੁਲ ਜ਼ਿੰਦਾ ਨੇ ਉਹ ਹਾਲੇ ਵੀ, ਤੇ ਨਾਲੇ ਉਹ ਜਿਹੜਾ ਕਲਬ ਲਿਖਿਆ ਹੈ ਕੁੱਤਾ, ਉਹ ਵਾਕਈ ਕੁੱਤਾ ਹੈ, ਕਿਉਂਕਿ ਕੁੱਤੇ ਦੇ ਤੇ ਹੱਥ ਹੁੰਦੇ ਹੀ ਨਹੀਂ, ਉਹ ਤੇ 4 ਟੰਗਾਂ ਹੁੰਦੀਆਂ ਨੇ। ਤੇ ਮੈਂ ਕਿਹਾ ਜੀ ਉੱਥੇ ਜਿਹੜਾ ਲਿਖਿਆ ਹੈ ਉਹ ਕਸ਼ ਵਾਲਾ ਕਲਬ ਲਿਖਿਆ ਹੈ, ਤੇ ਦੂਸਰਾ 2 ਨੁਕਤਿਆਂ ਵਾਲਾ ਹੁੰਦਾ ਤੇ ਉਹ ਤੇ ਚਲੋ ਦਿਲ ਹੈ, ਤੇ ਫਿਰ ਪਤਾ ਨਹੀਂ ਕੀ ਕੀਤਾ ਜਾ ਸਕਦੀ, ਲੇਕਿਨ ਉਹ ਤੇ ਸਰੀ ਮਤਲਬ ਹੈ ਗੱਲ ਹੈ ਪੇ ਕੁੱਤੇ ਦਾ ਜ਼ਿਕਰ ਹੈ। ਤੇ ਤੂੰ ਮੈਂ ਕੱਲ ਪਰਸੋਂ ਫਿਰ ਪੁੱਛਿਆ ਤੇ ਕਹਿੰਦੇ ਨੇ ਜੀ ਆਵਾਮ ਵਿੱਚ ਨਹੀਂ ਦੱਸਣਾ, ਤੇ ਜਿਸਲੇ ਗੱਲ ਬਹਿ ਕੇ ਆਵਾਮ ਵਿੱਚ ਇੱਕ ਇਬਹਾਮ ਪੈਦਾ ਕਰ ਦਿੱਤਾ, ਇੱਕ ਸ਼ੱਕ ਪੈਦਾ ਕਰ ਦਿੱਤਾ ਆਵਾਮ ਵਿੱਚ ਬਹਿ ਕੇ, ਤੇ ਜਵਾਬ ਵੀ ਆਵਾਮ ਵਿੱਚ ਹੀ ਦੇਵੋ। ਤੇ ਇਹ ਤੁਸੀਂ ਇਸ ਬਾਰੇ ਦੱਸੋ ਪਰ ਜ਼ਿੰਦਾ ਨੇ ਤੇ ਕੁੱਤੇ ਤੋਂ ਕੀ ਮੁਰਾਦ ਹੈ ਇਹ ਅਲਾਮਾ ਸਾਹਿਬ? ਉਹ ਜੀ ਇਹ ਫਰੋਈ ਚੀਜ਼ਾਂ ਨੇ, ਇਹ ਹਰ ਚੀਜ਼ ਦੇ ਉੱਤੇ ਹਰ ਮੌਜੂ ਦੇ ਉੱਤੇ ਗੁਫ਼ਤਗੂ ਕਰਨਾ ਜ਼ਰੂਰੀ ਵੀ ਨਹੀਂ ਹੈ। ਕੋਈ ਇਹ ਫਰਜ਼ ਵਾਜਬ ਤਾਂ ਨਹੀਂ ਕਿ ਉਹ ਕਤਮੀਰ ਦੇ ਬਾਰੇ ਸਾਡਾ ਜਾਣਨਾ ਜਾਂ ਮਤਲਬ ਉਹਦੇ ਉੱਤੇ ਜੀਰਾ ਕਰਨਾ, ਜਾਂ ਉਹ ਕੋਈ ਇੱਕ ਅਸੂਲੇ ਦੀਨ ਤੇ ਨਹੀਂ ਹੈ, ਕੋਈ ਐਸਾ ਕੋਈ ਮਸਲਾ ਤੇ ਨਹੀਂ ਹੈ। ਕੋਈ ਮੰਨਦਾ ਹੈ ਨਹੀਂ ਮੰਨਦਾ, ਇਹਦੇ ਨਾਲ ਕੋਈ ਦੀਨ ਇਮਾਨ ਤੇ ਕੋਈ ਫਰਕ ਤੇ ਨਹੀਂ ਆਣਾ। ਤੇ ਅਸਲ ਚੀਜ਼ਾਂ ਜਿਹੜੀਆਂ ਨੇ, ਅਸਲ ਤੇ ਇਹ ਵੇ ਕਿ ਭਾਈ ਇਮਾਨ ਤੇ ਕੁਫਰ ਦਾ ਮਸਲਾ ਹੈ ਨਾ ਜੀ। ਇੱਕ ਬੰਦਾ ਉਹ ਹੁਣ ਇਹ ਸੋਚੋ ਵਿਚਾਰਾ ਸਾਨੂੰ ਕਰਨੀ ਚਾਹੀਦੀ ਏ कि इस मकाम तक किन लोगों ने, कौन से हाथ कंडे हैं, कौन से जराए हैं कि ये हमारे बच्चे इस मकाम तक पहुंचे हैं। वो है इंजीनियर मिर्जा मोहम्मद अली जेलमी साहब, एक वो है और एक मिर्जाई हैं। मिर्जा जेलमी साहब जो हैं जनाब, वो जब ये कहेंगे कादियानियों को यहूदो नसारा से बदतर तो ना कहो ना, कादियानियों को यहूदो नसारा से। देखो जी मैंने जिस तरीके से कादियानियों को समझाया है ना, उस तरीके से किसी ने समझाया ही नहीं है ना सर। सारा वो कुरान से बात करनी है सर, कुरान से समझाओ उनको और इनको बताओ कि तुम लोगों को धोखे दिए गए हैं कादियानियों, इन मौलवियों ने, उलमा ने, इन मुसलमानों ने तुम्हें धोखे दिए हैं। मैं तुम्हें बताता हूँ कि असल कहाँ कहाँ पे तुम्हें धोखे दिए गए हैं। भाई जब ये तलीमात होंगी तो ऑटोमेटिकली नतीजा ये हसनैन वाला निकलेगा। तो ये मामला है कि और दूसरी बात ये है कि दीन में सख्ती जरूरी है। हाँ, इतनी लचक, इतना प्यार मोहब्बतें नहीं भाई, नहीं करनी, नहीं है ही नहीं, इजाजत ही नहीं है। मुफ्ती साहब मैं अर्ज करूं
کہ آپ نے یہ درست فرمایا کہ یہ فروعی بات ہے کہ کوئی کتمیر کے بارے میں بات کرے، اصحاب کاف کے بارے میں، اصل تو یہ ہے کہ ایمان اور کفر کی بات کریں. لیکن ایک بندہ ہمارے سامنے بیٹھ کے اور قرآن کریم کے وہ مفہوم ہمیں نہیں بتا رہا کہ جو 1400 سال سے رسول کریم صلی اللہ علیہ وسلم صحابہ سے چلے آ رہے ہیں ہمارے تک، تو وہ اس کا مطلب ہے کہ لوپ ہول پیدا کر رہا ہے، وہ گنجائشیں پیدا کر رہا ہے، جس طرح مرزا جیل میں گنجائشیں پیدا کر رہا ہے مرزائیوں کے لیے. تو اسی لیے تو وہ مرزائیوں نے اپنے مطلب نکال لیے، حدیث سے بھی اپنے مطلب نکال لیے. تو ایسے بندوں کی تو روک تھام، بے شک وہ فروعی مسئلہ ہے، لیکن وہ ہمیں بتانا چاہیے کہ یہاں جو ظاہری طور پہ لکھا ہوا ہے، جو فہم چلا آ رہا ہے 1400 سال سے، وہی ہم لیں گے. اگر فروعی ہی مسئلہ ہے تو وہ کل کسی اور آیت میں سے جہاں ایمان اور کفر کی بات ہوگی وہاں سے کوئی ایسی بات نکال لے گا تو وہ تو شک پیدا کر رہا ہے. حضرت جی اکھاں کھولو. حضرت جی کی کرتے ہو پہ غلام مرتضیٰ بھائی؟ آپ وہ درمیانے قرآن سے ایک چیز کتمیر کو لے آئے. میں کہتا ہوں الحمد کی الف لام لام تعریف سے لے کر والناس کی سین تک ایک ایک لفظ اور ایک ایک حرف پر یہ لوگ اختلاف کرتے ہیں. بھائی پھر بات کرنی ہے پھر پورے قرآن پہ کریں، آئیں شروع سے کریں. وہ تو کسی چیز کو مانتے ہی نہیں ہے نا. یہ دروازہ کھولا ہے، یہ دروازہ کھولا ہے جناب سر سید احمد خان نے. سر سید احمد خان نے کھولا ہے. سر سید احمد خان کی تفسیر اٹھا کے دیکھیے، جائیے جا کے غلام احمد پرویز کی تفسیر اٹھا کے دیکھیے. وہ پہلے تو ترجمہ کیا ان لوگوں نے، ترجمے کی ایک ٹانگ مشرق کی طرف جا رہی ہے، ایک مغرب کی طرف جا رہی ہے، منہ شمال کی طرف جا رہا ہے، ٹانگیں جنوب کی طرف جا رہی ہیں. یہی کرتوت سب سے پہلے سر سید احمد خان نے کی، اور قرآن کے نام سے، کیونکہ سب سے بڑا اور سب سے پہلا قرآنسٹ تو یہی تھا نا سر سید احمد خان. پاک و ہند کے اندر قرآنسٹ کی کا گرو ہے یہ، جس نے سب سے پہلا یہ نعرہ لگایا تھا کہ میں صرف قرآن کو مانتا ہوں. جی مفتی صاحب، یہ نیچے ایک ڈاکٹر گلخان صاحب ہیں، یہ کچھ کامنٹ کر رہے ہیں، تو اگر یہ چاہیں تو اوپر آ جائیں، آپ ان سے بات کر لیں. تو معلوم نہیں کہ وہ وہ کہہ رہا ہے کہ نو آئی ایم یہودی. وہ کسی نے پوچھا تم مسلمان ہو، وہ کہہ رہا نہیں میں یہودی ہوں. اب یہ دیکھیں، یہ آج ایک نیا نمونہ آ گیا. بتا رہے ہیں کہ وہ افغان بھی ہیں. براڈ کے اوپر ہمیں ایک نئے سے نیا شگوفہ سننے کو ملتا ہے، نئے سے نئی تھیوری ہے. ہر بندے کا اپنا ایک مائنڈ سیٹ ہے، اپنی ایک سوچ ہے. اصل میں یہ بیمار لوگ ہیں، ذہنی بیمار لوگ ہیں. ان کو بر وقت علاج کی ضرورت ہے. ان کو کسی سائیکسٹ کے پاس جانا چاہیے، ان کے گھر والوں کو چاہیے ان کا علاج کروائیں. تو بس یہ بیچارے وہ لوگ ہیں مایوس طبقہ. یہ کوئی ایتھیسٹ بندہ ہے جی، ایتھیسٹ بندہ ایسے ہی تپانے کی کوشش کر رہا ہے. جی وہ ایتھیسٹ ہی ہوتے ہیں، ایتھیسٹ ہی ہوتے ہیں. لیکن کیا ہے کہ یہ اصل میں مایوس لوگ ہیں، ایسے ہی تھکے لوگ، دماغی امراض ان کو ہوتے ہیں. اور وہ پھر جب یہ کیفیت ہوگی تو پھر بعد میں الہادیت کی بچتی ہے، اور کیا بچنا. تو یہ معاملے ہیں. اور میں کل بھی عرض کیا تھا، دوبارہ رپیٹ کرتا ہوں کہ آنکھیں چار رکھیں. ایسے خام خواہ آپ کسی کو اپنا فوری طور پہ یار بھی نہ بنا لیا کریں. یہ تو میرا یار ہے، میرا دوست ہے، میرا پیر بھائی ہے. سمجھ آئی کہ نہیں؟ آپ نے مجھے نہیں غور کیا. مجھے سارے ہی کہتے ہیں استاد جی استاد جی، لیکن میں خود کسی کو بہت کم ایسے ہیں جن کو کہتا ہوں یہ میرا اسٹوڈنٹ ہے. بھائی اسی ایویں گود چ پائیے، بعد چ رولا کوئی اور کر دے، بعد چ وہ ساڈے پیٹے پی جانا.
ये मामले हैं ऐसे भाई, यहाँ पे सोशल मीडिया की ये दुनिया है, यहाँ मैं क्या पता कौन क्या है, क्या उसके अगराजो मकासद है, क्या लेके बैठा हुआ है अपनी बगल में। तो यहाँ इस्लाम दुश्मन जो अनासर है बहुत तेजी के साथ यहाँ टिकटॉक के ऊपर, यूट्यूब, फेसबुक, सोशल मीडिया पे आ चुके हैं। तो आंखें चार रखें और हर आने वाली आईडी को मशकूक निगाहों से देखा करें। हाँ, ये मजबूरी सी बन गई है हमारी भाई। जी मुफ्ती साहब माशाल्लाह दराज से ऐसा काम कर रहे हैं। और आप, मैंने एक दफा आपसे अर्ज की थी क्योंकि ये रिपोर्ट्स वगैरह करके आइडियां खराब भी कर देते हैं। और नहीं सानू चाहिए आइडियां जी, बाबा जी की कर दो आइडियां बराबर कर दे फिर आइडियां नु विच ले आंदे हो। गल कोई नहीं ओ शाह साहब गल कोई नहीं, मैं जेडी अर्ज ना करना चाह करया रहा करो हूं यार गुलाम मुर्तजा भाई, ਤੁਹਾਨੂੰ अच्छा, ਦੇਖ चलो, नहीं देंदियां आइडियां, ਅਸੀਂ ਆਈਡੀਆਂ ਸੇ ਕਰਨੇ ਆਪੇ। नहीं मैं जेडी गल गल ਸਾਡੀਆਂ ਆਈਡੀਆਂ जेडी मैं अर्ज करना चाह रहा सारी हूं वो मैं दुनिया गल ही बाबा नहीं जी की फरमांदे ने सारी दुनिया बर्बाद हो जाए, तबाह हो जाए, हजूर ਤੁਹਾਡੀ ਇੱਜ਼ਤ ਨੂੰ ਕੋਈ ਹਮਲਾ ਨਾ ਆਏ। ਤੁਸੀਂ ਕਿਹਾ ਸੀ ਪਰ ਤੁਸੀਂ ਆਪਣੇ ਸਾਥੀਆਂ ਨੂੰ ਫੋਲੋ ਕਰਦੇ ਹੋ ਭਈ ਇਹ ਜਿਹੜੇ ਨੌਜਵਾਨ ਮੇਰੇ ਬੱਚੇ ਨੇ ਨਾਲ ਬਹਿੰਦੇ ਨੇ ਇਹ ਕਿੱਥੇ ਉੱਠਦੇ ਬਹਿੰਦੇ ਨੇ, ਇਹਨਾਂ ਦੀ ਸੁਸਾਇਟੀ ਕੀ ਹੈ। ਬਾਬਾ ਜੀ ਮੰਨ ਲਿਆ ਕਰੋ, ਕਰਨਾ ਚਾਹ ਰਿਹਾ ਸਾਂ ਭਈ ਤੁਸੀਂ ਨਜ਼ਰ ਰੱਖਦੇ ਹੋ ਭਈ ਹਰ ਇੱਕ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੋ ਨਵੇਂ ਬੰਦੇ ਨੂੰ। नहीं देखना पैना है ना जी, देखना पैना है बाबा जी, जरूरी है। नहीं जानते ਅਸੀਂ ਕਿਸੇ ਨੂੰ कौन है। हाँ जिन्ना तिकर मोह ताके दाते इस्लाम ਦੇ ਉੱਤੇ ਅਮਲ ਪੈ ਰਿਹਾ ਜਾਂ ਮਤਲਬ ਆਪਣੇ ਕੋਲੋਂ ਫੇਰ ਦੇ ਨਾਲ ਇਹਦੀ ਵਜ਼ਾਹਤ ਕਰਦਾ, ਠੀਕ ਹੈ, ਉਹ ਤੇ ਸਾਡੇ ਸਿਰ ਦਾ ਤਾਜ ਹੈ, ਸਿਰ ਤੇ ਬਿਠਾਵਾਂਗੇ। ਰੱਤੀ ਬਰਾਬਰ ਵੀ ਅਸੀਂ ਬਹੁਤ ਸੁੰਘ ਲਈ ਭਾਈ ਜੀ ਇਹ ਇਸਲਾਮ ਸ਼ਿਕਨ ਇਹਦੀਆਂ ਐਕਟੀਵਿਟੀਜ਼ ਨੇ ਨਾ ਭਾਈ, ਜੁੱਤੀ ਦੇ ਨੋਕ ਤੇ ਰੱਖ ਲਾਂਗੇ ਉਸੇ ਟਾਈਮ ਹੀ, ਤੇ ਅੱਖਾਂ ਚੁੱਕ ਕੇ ਮੱਥੇ ਤੇ ਰੱਖ ਲੈਣੀਆਂ ਨੇ, ਕੋਈ ਆਸਰਾ ਨਹੀਂ। ਯਬ ਸਾਡੇ ਕੋਲ ਤੇ ਨਹੀਂ ਹੁੰਦੀ ਯਬ 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 ਯਬ। ਨਹੀਂ ਸ਼ਾਹ ਸਾਹਿਬ ਇਹ ਆਪਣੇ ਜ਼ਿਆਰ ਰਸੂਲ ਭਾਈ ਨੇ ਤੁਹਾਡੇ ਬੇਹਤਰੀਨ ਜੀ ਅਬਦੁੱਲਾ ਸਾਹਿਬ ਕਰੋ। मुफ्ती साहब गल ठीक कर रहे हैं, पहचानना बहुत जरूरी है। देखो उसने ने किया क्या कि जजे ने मेरे सामने कसम चुकी है कि मैं कुछ नहीं किया, उसका दिमाग इन्ना नहीं काम कर रहा कि जजा तो मुसलमान ही नहीं, इसकी कसम तो मैं क्यों यकीन करा, और उन्हें वीडियो भी नहीं वेखियां। ठीक है, ते सब नूं अखां खोल के रखनी चाहिए। अब्दुल्ला भाई शाह साहब ने जेड़ा कल काम कीता ना ते माशाअल्लाह सब बंदियां दियां अखां खुल गईयां ने कि ए जेड़ा मामला ना ਇਹਦੇ ਬਾਰੇ ਚ ਦਿਲ ਵਿੱਚ ਵੀ ਰੱਖਣਾ ਨਾ, ਦਿਲ ਵਿੱਚ ਵੀ ਰੱਖਣਾ ਕੁਫਰ ਕਿ ਅਸੀਂ ਦਿਲ ਵਿੱਚ, ਕਿਉਂਕਿ ਅਸੀਂ ਦਿਲ ਵਿੱਚ ਰੱਖਾਂਗੇ ਸਿੱਧਾ ਸਿੱਧਾ ਸਮਝਾਂਗੇ ਕਿ ਕਿਸੇ ਨਾ ਕਿਸੇ ਨੇ ਝੂਠ ਬੋਲਿਆ ਨਾ, ਉਹ ਝੂਠ ਕਿੱਧਰ ਜਾਂਦਾ, ਕੁਫਰ ਵਾਲੀ ਜਾਂਦਾ ਨਾ। ਦਿਲ ਵਿੱਚ ਵੀ ਨਹੀਂ ਰੱਖਣਾ ਕਿ ਜਿਹੜੇ ਮੁਨਾਫਿਕ ਨੇ, ਕਾਦੀਆਨੀ ਨੇ, ਲਾਨਤੀ ਜਿਹੜੇ ਨਾ, ਇਹ ਕੋਈ ਦਲੀਲ ਤੇ ਸਾਨੂੰ ਕਾਬੂ ਕਰ ਲੈ। ਝੂਠ ਸਭ ਮੈਂ ਵਕਤ ਦੀ ਨਜ਼ਾਕਤ ਨੂੰ ਵੇਖਿਆ, ਮੈਂ ਕਿਹਾ ਇਸ ਬੰਦੇ ਨੂੰ ਤੇ ਫਾਲੋਵਰ ਹੀ ਬੜੇ ਨੇ ਤੇ ਵੱਡੇ ਵੱਡੇ ਬੰਦੇ ਮਤਲਬ ਇਹਨੂੰ ਫਾਲੋ ਕਰ ਰਹੇ ਨੇ, ਔਰ ਮਤਲਬ ਇਹਦੀ ਤੇ ਇਹਦੇ ਪਿੱਛੇ ਤੇ ਕਮਿਊਨਿਟੀ ਬੜੀ ਖੜੀ ਹੈ। ਉਹ ਮੈਂ ਕਿਹਾ ਇਹਨੂੰ ਐਕਸਪੋਜ਼ ਕਰਨਾ ਜ਼ਰੂਰੀ ਹੈ, ਨਹੀਂ ਤੇ ਡਰਾਮਾ ਕੁਝ ਹੋਰ ਹੋ ਜਾਣਾ। ਉਹ ਮਜਬੂਰੀ ਜੀ ਮੇਰੀ ਬਣ ਗਈ ਸੀ, ਨਹੀਂ ਤੇ ਮੈਂ ਅਨਨੋਨ ਬੰਦੇ ਨੂੰ ਇੰਨੀ ਮਤਲਬ ਘਾਹ ਨਹੀਂ ਪਾਉਂਦਾ ਹੁੰਦਾ। ਲੇਕਿਨ ਮੈਂ ਇਹ ਹਾਲਾਤੋਂ ਵਾਕਿਆ ਦਾ ਜ਼ਿਆਦਾ ਲੈ ਕੇ ਮੈਂ ਕਿਹਾ ਇੱਥੇ ਤੇ ਕੰਮ ਹੀ ਕੁਝ ਹੋਰ ਹੈ। ਉਹ ਬਹਿ ਕੇ ਦਰਸ ਹੈ ਦਿੰਦਾ ਪਿਆ, ਦੇਖੋ ਜੇ ਅਸੀਂ ਕਾਦੀਆਨੀ ਕੋਈ ਦਲੀਲ ਤਲਬ ਕਰਾਂਗੇ, ਜੇ ਉਹ ਸਾਨੂੰ ਵਹਾ ਦਿੰਦੇ ਨੇ ਅਸੀਂ ਉਹਦੇ ਉੱਤੇ ਈਮਾਨ ਲੈ ਆਵਾਂਗੇ। ਉੱਤੋਂ ਸਾਡਾ ਕੋਈ ਦੋਸਤ ਬੋਲਦਾ ਹੀ ਨਹੀਂ ਪਿਆ। ਉਸੇ ਟਾਈਮ ਬੋਲੋ ਕੀ ਬਕ ਬਕ ਕਰਨਾ ਪਿਆ ਤੂੰ। ਇਹੋ ਹੀ ਰੋਲੇ ਹੋਏ ਨੇ ਇੰਜੀਨੀਅਰ ਦੇ ਸਾਹਮਣੇ, ਇੰਨੇ ਮੁਸਲਮਾਨ ਬੈਠੇ ਹੁੰਦੇ ਨੇ ਬਕੌਲ ਉਹਦੇ। ਮੇਰੇ ਨਜ਼ਦੀਕ ਤੋਂ ਐਥੀਸਟ ਤੇ ਦਹਿਰੀਏ ਤੇ ਕਾਦੀਆਨੀ ਤੇ ਰਾਫਜ਼ੀ ਬੈਠੇ ਹੁੰਦੇ ਨੇ, ਤੇ ਬਈ ਕਿਸੇ ਇੱਕ ਨੂੰ ਸ਼ਰਮ ਗੈਰਤ ਨਹੀਂ ਆਉਂਦੀ ਕਿ ਜਦੋਂ ਬਕਵਾਸ ਕਰਦਾ ਰਿਹਾ ਇੰਨੀਆਂ ਬਕਵਾਸਾਂ, ਕਿਸੇ ਇੱਕ ਨੇ ਵੀ ਉਹਨੂੰ ਰੋਕਿਆ ਹੈ ਕਿ ਬੰਦੇ ਦਾ ਬੱਚਾ ਬਣ ਤੂੰ ਕੀ ਬਕਵਾਸ ਕਰਨਾ ਪਿਆ। ਇਹ ਥੋੜਾ ਜਿਹਾ ਯਾਰ ਅੱਖਾਂ ਖੋਲ ਕੇ ਰੱਖੀ, ਜਾਂ ਤੇ ਕਿਸੇ ਬਰਾੜ ਚ ਆਇਆ ਨਾ ਕਰੋ, ਤੁਹਾਡੀ ਮਿਹਰਬਾਨੀ। ਤੇ ਜੇ ਬਰਾੜ ਚ ਬੈਠੇ ਹੁੰਦੇ ਹੋ ਤੇ ਅੱਖਾਂ ਚਾਰ ਰੱਖਿਆ ਕਰੋ ਸਾਡੀਆਂ ਗੱਲਾਂ ਤੇ ਵੀ। ਅਸੀਂ ਵੀ ਜਿਹੜੀ ਜਗ੍ਹਾ ਦੇ ਉੱਤੇ ਕੋਈ ਗਲਤ ਗੱਲ ਕਰਾਂ ਉਸੇ ਟਾਈਮ ਰੋਕੋ। ਮੈਂ ਮੁਫਤੀ ਬਸ਼ਰ ਤੂੰ ਹੈ ਜਿਹੜੀ ਗੱਲ ਕੀਤੀ ਗਲਤ ਕੀਤੀ। ਤੁਸੀਂ ਨਾਲੇ ਕੰਮੇ ਲੱਗੇ ਹੁੰਦੇ ਹੋ, ਡਰਾਈਵਿੰਗ ਕਰ ਰਹੇ ਹੁੰਦੇ ਹੋ, ਹੋਰ ਕੰਮੇ ਮੋਬਾਈਲ ਕਿਤੇ ਹੋਰ ਪਿਆ ਤੇ ਹਜ਼ਰਤ ਜੀ ਕਿਤੇ ਹੋਰ ਪਏ ਨੇ। ਇੰਜ ਤੇ ਕੰਮ ਨਾ ਕਰੋ ਤੁਸੀਂ।
ਫਿਰ ਜੇ ਜਾਂ ਤੇ ਬਰਾੜ ਛੱਡ ਕੇ ਟੁਰ ਜਾਓ। ਫਿਰ ਜੇ ਬਰਾੜ 'ਚ ਰਹਿਣਾ ਤੇ ਅੱਖਾਂ ਇੰਜ ਕੰਨ ਤੁਹਾਡੇ ਉਸ ਇੱਕ ਇੱਕ ਸਪੀਕਰ ਦੀ ਤਰਫ ਹੋਣੇ ਚਾਹੀਦੇ ਨੇ। ਕੀ ਹੋ ਰਿਹਾ, ਕੀ ਕਹਿ ਰਿਹਾ ਹੈ, ਕੀ ਸਵਾਲ ਹੋਇਆ ਸੀ, ਕੀ ਜਵਾਬ ਹੋਇਆ ਹੈ। ਹਾਂ ਬਾਬਾ ਜੀ, ਇਹ ਸੋਸ਼ਲ ਮੀਡੀਆ ਬੜਾ ਦਜਾਲੀ ਹੈ, ਜਿਹੜਾ ਵੇ ਫਿਤਨਾ ਵੇ, ਤੇ ਇਹਦੇ ਉੱਤੇ ਕੜੀ ਨਜ਼ਰ ਚਾਹੀਦੀ ਹੈ। ਐਸੇ ਵਾਸਤੇ ਮੈਂ ਮਤਲਬ ਜਾਂ ਤੇ ਕਿਸੇ ਬਰਾੜ ਤੇ ਜਾਂਦਾ ਨਹੀਂ, ਜੇ ਜਾਵਾਂ ਤੇ ਡਾਇਰੈਕਟ ਮਤਲਬ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਜਿਸ ਬਰਾੜ ਤੇ ਮੈਂ ਜਾਣਾ ਹੈ ਤੇ ਕਾਲ ਕਰਾਂ, ਮੈਂ ਉਹਦੇ ਵਿੱਚ ਰਹਿਣਾ ਚਾਹੁੰਦਾ। ਤੇ ਫਿਰ ਮੇਰੀ ਬਰਾੜ ਦੇ ਉੱਤੇ ਇੱਕ ਇੱਕ ਬੰਦੇ ਦੇ ਉੱਤੇ ਨਜ਼ਰ ਹੁੰਦੀ ਹੈ, ਇੱਕ ਇੱਕ ਬੰਦੇ ਦੀ ਇੱਕ ਇੱਕ ਗੱਲ ਦੇ ਉੱਤੇ ਨਜ਼ਰ ਹੁੰਦੀ ਹੈ। ਕਦੀ ਨਹੀਂ ਹੋਇਆ, ਯਕੀਨ ਮੰਨੋ, ਕਿ ਮਤਲਬ ਇਹ ਵੇ ਕਿ ਮੈਂ ਮੋਬਾਈਲ ਚਲਾ ਕੇ ਤੇ ਗਾਇਬ ਹੋ ਗਿਆ ਹਾਂ। ਬਸਾ ਔਕਾਤ ਹੋਇਆ, ਇੱਕ ਦੋ ਵਾਰੀ ਹੋਇਆ ਕਿ ਨਮਾਜ਼ ਦਾ ਟਾਈਮ ਹੋ ਗਿਆ ਤੇ ਮੈਂ ਫਿਰ ਆਪਣਾ ਨੁਮਾਇੰਦਾ ਛੱਡ ਕੇ ਜਾਂਦਾ ਵਾਂ ਕਿ ਹੁਣ ਭਾਈ ਮੈਂ ਜ਼ਰਾ ਚੱਲਾ ਜੇ ਤੇ ਜ਼ਰਾ ਤੁਹਾਡੇ ਹਵਾਲੇ ਜੇ। ਤੇ ਕੋਈ ਸ਼ਰਈ ਮਜਬੂਰੀ ਨਾ ਹੋਵੇ ਤੇ ਤਰੀਕਾਕਾਰ ਹੈ ਵੇ ਭਾਈ ਜੀ, ਇਹ ਜੰਗ ਲੜੀ ਜਾ ਰਹੀ ਹੈ ਇਸ ਟਾਈਮ, ਸੋਸ਼ਲ ਮੀਡੀਆ ਵਾਰ ਹੋ ਰਹੀ ਹੈ, ਇਹਦੇ ਵਿੱਚ ਸੁਸਤੀ ਔਰ ਕਾਹਲੀ ਔਰ ਰੱਤੀ ਬਰਾਬਰ ਦੀ ਗੁੰਜਾਇਸ਼ ਹੀ ਨਹੀਂ। ਹਾਂ ਤੁਸੀਂ ਇਹਨੂੰ ਪੋਲਾ ਲੈਂਦੇ ਹੋ ਪਏ, ਇਹਨੂੰ ਹਲਕਾ ਸਮਝਦੇ ਹੋ ਪਏ। ਕੋਈ ਮੌਜ ਮਸਤੀ ਤੇ ਨਹੀਂ ਹੋ ਰਹੀ, ਖੇਡ ਨਹੀਂ ਹੋ ਰਿਹਾ ਹੈ। बाबा जी ये मंजिल है कुएं जाना, कदम कदम बलाएं, जिसे जिंदगी हो प्यारी यहीं से लौट जाए। ये खेड खेडना जे सही तरह साडे नाल खेडो ते नाल ना टरो, कदम बा कदम, नहीं ते हिम्मत हार के पीछे हट जाओ। फिर ਲਬੈਕ ਮੁਫਤੀ ਸਾਹਿਬ, ਲਬੈਕ ਸ਼ਾਹ ਸਾਹਿਬ, ਤੁਹਾਡੇ ਜੇ ਬਜ਼ੁਰਗਾਂ ਦੀ ਜੀ ਰਹਿਨੁਮਾਈ ਵਿੱਚ ਅਸਾਂ ਇਨਸ਼ਾਅੱਲਾ ਹਰ, ਕਿਉਂਕਿ ਰੋਜ਼ ਬੰਦਾ ਸਿੱਖਦਾ ਹੈ, ਔਰ ਮੈਂ ਬੜਾ ਖੁਸ਼ ਹਾਂ ਭਾਈ ਇੱਥੇ ਲਾਈਵ ਗੱਲ ਹੁੰਦੀ ਹੈ ਤੇ ਫਿਲ ਬਦੀ ਉਸੇ ਲਈ ਕੋਈ ਵੇਟ ਨਹੀਂ ਕਰਨਾ ਪੈਂਦਾ ਭਾਈ ਜਨਾਬ WhatsApp ਤੇ ਮੈਸੇਜ ਦਾ ਜਵਾਬ ਆਏਗਾ, ਕਿਰੇ ਗੱਲ ਹੋਏਗੀ, ਕੁਝ ਹੋਏਗਾ। ਔਰ ਇਹ ਬੜਾ ਇੱਕ ਜ਼ਬਰਦਸਤ ਮੀਡੀਅਮ ਹੈ ਔਰ ਵਾਕਈ ਖੇਡ ਤਮਾਸ਼ਾ ਨਹੀਂ ਹੈ। ਔਰ ਇਸੇ ਤਰ੍ਹਾਂ ਹੀ ਸਾਨੂੰ, ਜਿਸ ਤਰ੍ਹਾਂ ਇੱਕ ਬੰਦਾ ਇੱਕ ਐਸੇ ਖਤਰੇ ਦੀ ਜਗ੍ਹਾ ਖਲੋਤਾ ਹੈ ਭਾਈ, ਤੁਹਾਡੇ ਬਾਰਡਰ ਤੇ ਹਮਲਾ ਹੋਇਆ ਹੀ ਹੋਇਆ ਤੇ ਉੱਥੇ ਹਰ ਇੱਕ ਬੰਦੇ ਨੂੰ ਬੰਦਾ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈ। ਔਰ ਬਿਲਕੁਲ ਐਸੇ, ਔਰ ਇਹ ਤੁਸਾਂ ਜੇ ਬਜ਼ੁਰਗਾਂ ਨਾਲ ਬਹਿ ਕੇ ਤਜਰਬਾ ਹਾਸਲ ਹੁੰਦਾ ਹੈ ਭਾਈ ਸੈਂਸ ਕਿਸ ਤਰ੍ਹਾਂ ਕਰਨੀ ਹੈ, ਫਲਾਣੀ ਬੰਦੇ ਨੇ ਗੱਲ ਕੀਤੀ ਹੈ ਤੇ ਇਸ ਦੀ ਵਜ੍ਹਾ ਕੀ ਹੈ, ਪਿੱਛੇ ਕੀ ਹੈ, ਤੇ ਉਹ ਫਿਰ ਥੋੜਾ ਥੋੜਾ ਨਾਲ ਇਹਨਾਂ ਲੋਕਾਂ ਨੂੰ ਸੁਣਾਂਗੇ, ਤੁਹਾਨੂੰ ਸੁਣਾਂਗੇ, ਹੋਰ ਇਹਨਾਂ ਲੋਕਾਂ ਦੀਆਂ ਹਰਕਤਾਂ ਦੇਖਾਂਗੇ ਤੇ ਫਿਰ ਆਹਿਸਤਾ ਆਹਿਸਤਾ ਐਕਸਪੋਜ਼ ਕਰਨਾ ਵੀ ਆ ਜਾਏਗਾ। ਹੁਣ ਸਾਨੂੰ ਥੋੜੇ ਬਹੁਤੇ ਗੱਲ ਹੈ, ਜਿਸ ਤਰ੍ਹਾਂ ਆਪਣੇ ਜ਼ਿਆਰ ਰਸੂਲ ਮੀਨੀ ਭਾਈ ਕਹਿੰਦੇ ਨੇ ਭਾਈ 21 ਇਬਾਰਤ ਲਿਖ ਕੇ ਇੱਕ ਮਿਰਜ਼ਈ ਨੂੰ ਦਵਾਂ ਤੇ ਇੱਕ ਮੁਸਲਮਾਨ ਨੂੰ ਦਵਾਂ, ਦੋਵਾਂ ਨੂੰ ਕਵਾਂ ਇਹ 21 ਇਬਾਰਤ ਪੜ੍ਹ ਤੇ ਮੈਂ ਦੱਸ ਦਿਆਂਗਾ ਵਿੱਚੋਂ ਮਿਰਜ਼ਈ ਕਿਹੜਾ ਹੈ। ਉਹ ਕਿਉਂਕਿ ਉਹਨਾਂ ਦਾ ਅਸਲੂਬ ਹੀ ਹੋਰ ਹੈ। ਤੇ ਇਸੇ ਤਰ੍ਹਾਂ ਨਜ਼ਰਾਂ ਅੱਖਾਂ ਖੋਲ ਕੇ ਚਾਰ ਕਰਕੇ ਤੇ ਚੱਲਣਾ ਚਾਹੀਦਾ ਹੈ, ਪਰ ਵਿਜੀਲੈਂਟ ਰਹੋ, ਹਰ ਵੇਲੇ ਨਜ਼ਰ ਰੱਖੀ ਰੱਖੋ। ਔਰ ਇਹ ਜਿਹੜੇ ਏਥੀਅਸਟ ਔਰ ਜਿਹੜੇ ਮਿਰਜ਼ਈ ਨੇ, ਔਰ ਮਿਰਜ਼ਈ ਹੀ ਏਥੀਅਸਟ ਬਣੇ ਨੇ। ਕੋਈ ਕਹਿੰਦਾ ਜਨਾਬ ਮੈਂ ਸ਼ੀਆਂ ਤੋਂ ਮਿਰਜ਼ਈ ਹੋਇਆ, ਕੋਈ ਮੈਂ ਬਰੇਲਵੀਆਂ ਤੋਂ ਹੋਇਆ, ਕੋਈ ਕਿਸ ਤਰ੍ਹਾਂ ਹੋਇਆ, ਤੇ ਇਹ ਵੀ ਨਾਲ ਬੜੀਆਂ ਚੀਜ਼ਾਂ ਨੇ। ਔਰ ਸਾਡੇ ਵਿੱਚ ਬੈਠੇ ਨੇ ਬੰਦੇ, ਉਹ ਇੱਕ ਮਿਰਜ਼ਈ ਦੱਸ ਰਿਹਾ ਪਿੰਡੀ ਵਿੱਚ ਉਹਨਾਂ ਦੇ ਘਰ ਇੱਕ ਬੰਦਾ ਮੁਸਲਮਾਨ ਆਉਂਦਾ ਹੈ ਕਾਰੀ ਸਾਹਿਬ ਪੜ੍ਹਾਉਣ, ਤੇ ਮੈਂ ਕਿਹਾ ਤੂੰ ਉਹਨਾਂ ਨੂੰ ਦੱਸਿਆ ਤੂੰ ਮਿਰਜ਼ਈ ਹੈ? ਕਹਿੰਦਾ ਨਹੀਂ ਮੈਨੂੰ ਜ਼ਰੂਰਤ ਨਹੀਂ ਪਈ। ਮੈਂ ਕਿਹਾ ਉਸਨੂੰ ਕੀ ਪਤਾ ਲੱਗੇ ਫਿਰ, ਔਰ ਉਹ ਬੱਚਿਆਂ ਨੂੰ ਜਾ ਕੇ ਕੁਰਾਨ ਪਾਕ ਪੜ੍ਹਾ ਰਿਹਾ। ਇਹ ਤੇ ਸੂਰਤ ਹਾਲ ਹੈ ਜਨਾਬ। ਰੋਲੇ ਵਿੱਚ ਇਹ ਨੇ ਕਿ ਕਾਦੀਆਨੀਅਤ ਦੇ ਵਿੱਚ ਜਿਹੜੇ ਲੋਕ ਰਾਫਜ਼ੀਅਤ ਦੀ ਤਰਫੋਂ ਆਏ ਨੇ ਨਾ, ਤੇ ਉਹਨਾਂ ਦੇ ਵਿੱਚ ਉਹ ਰਾਫਜ਼ੀਅਤ ਤੇ ਜਰਾਸੀਮ ਤੇ ਉੱਥੇ ਹੀ ਨੇ ਨਾ, ਉਹ ਤੇ ਨਹੀਂ ਗਏ। ਉਹ ਹੁਣ ਉਹ ਸਹਾਬਾ ਦੇ ਉੱਤੇ ਤੇ ਅੰਮੀ ਜਾਨ ਆਇਸ਼ਾ ਸਦੀਕਾ ਦੇ ਉੱਤੇ ਬਕਵਾਸ ਯਾਦ ਕਰਦੇ ਨੇ। ਉਹ ਇਹ ਰੋਲਾ ਪਿਆ, ਗੱਲ ਨੂੰ ਸਮਝੀਦਾ ਹੁੰਦਾ, ਗੱਲ ਕਿੰਜ ਟੁਰੀ ਕਿੰਜ ਵੇ, ਕਿੱਥੋਂ ਟੁਰੀ ਏ। ਤੇ ਇਹ ਅਸਲ ਦੇ ਵਿੱਚ ਇਹ ਡਬਲ ਕੰਮ ਹੋ ਗਿਆ, ਰਾਫਜ਼ੀ ਪਲੱਸ ਕਾਦੀਆਨੀ। ਉਹ ਇਹ ਡਰਾਮਾ ਹੋਇਆ। ਹੁਣ ਅਲਾਮਾ ਸਾਹਿਬ ਮੈਨੂੰ ਵੀ ਕਈ ਵਾਰੀ ਸ਼ੁਕਰੀ ਹੁੰਦੀ ਹੈ, ਕੋਈ ਆਵਾਨ ਆ ਜਾਂਦਾ, ਆਵਾਨ ਨਾਲ ਲਿਖਿਆ, ਮਲਕ ਲਿਖਿਆ ਆਵਾਨ, ਤੇ ਉਹ ਅਹਿਲੇ ਤਸ਼ੀਰ ਰਾਫਜ਼ੀ ਬੈਕਗਰਾਉਂਡ ਤੇ, ਸ਼ੀਆ ਵੀ ਨਹੀਂ ਰਾਫਜ਼ੀ ਬੈਕਗਰਾਉਂਡ ਦੇ ਨੇ, ਔਰ ਉਹਨਾਂ ਦਾ ਪਿਓ ਦਾਦਾ ਕਿਸੇ ਤਰੀਕੇ ਨਾਲ ਮਿਰਜ਼ਈ ਹੋ ਗਿਆ,
ਔਰ ਉਹ ਉਹਨਾਂ ਦੇ ਖਾਨਦਾਨ ਵਿੱਚ ਉਹ ਫਿਰ ਸਿਲਸਿਲਾ ਚਲਾ ਹੀ ਆ ਰਿਹਾ, ਹਾਲਾਂਕਿ ਉਹ ਮਿਰਜ਼ਈ ਹੈ ਨਹੀਂ, ਲੇਕਿਨ ਉਹ ਸਾਈਡ ਜਿਹੜੀਆਂ ਰਾਜ਼ਮੀਆਂ ਵਾਲੀ ਉਹ ਰੱਖਦੇ ਨੇ ਔਰ ਇੱਥੇ ਆਂਦੇ ਨੇ ਔਰ ਖੁੱਲ ਖੁਲਾ ਕੇ ਤੇ ਉਹ ਬਕਵਾਸਾਤ ਕਰਦੇ ਨੇ ਤੇ ਕਹਿੰਦੇ ਨੇ ਜਨਾਬ ਅਸੀਂ ਇਹ ਵੀ ਕਾਦੀਆਨੀ ਆ, ਮਿਰਜ਼ਈ ਆ, ਔਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਜ਼ਿਆਦਾਤਰ ਤੇ ਵਿੱਚੋਂ ਅਲਾਮਾ ਸਾਹਿਬ ਉਹ ਮਜ਼ਹਬ ਨਾਲ ਤਾਲੁਕ ਹੀ ਨਹੀਂ, ਉਹ एथियस्ट ने, लादीन ने मुकम्मल तौर। यार नीचे ज़िया भाई आए हुए हैं, उठा ले जरा, अदील करेक्ट मेरा। ਅਸਲ 'ਚ ਮੁਰਤਜ਼ਾ ਭਾਈ ਤੇ ਮੁਫਤੀ ਸਾਹਿਬ ਇਹ ਜਿਹੜੇ ਰਾਫਜ਼ੀ ਨੇ ਤੇ ਮਿਰਜ਼ਾ ਦੇ ਸਟੂਡੈਂਟਸ ਨੇ ਜਾਂ ਮਿਰਜ਼ਾ ਜਿਹੜਾ ਖੁਦ ਜਾਂ ਪਾਕਿਸਤਾਨੀ ਮੁਲਹਿਦੀਨ ਨੇ ਜਿਹੜੇ ਜਾਂ ਕੁਰਾਨਿਸਟ ਨੇ, ਮੈਂ ਤਾਂ ਸਮਝਣਾ ਇਹ ਸੀੜੀਆਂ ਨੇ ਕਾਦੀਆਨੀਆਂ ਦੀਆਂ। ਇਹ ਪਹਿਲਾਂ ਥੋੜਾ ਥੋੜਾ ਜਿਹੜਾ ਨਾ ਇਹ ਹੋਈ ਹੈ ਨਾ ਜੀ। ਪਰ ਉਹ ਹਾਂ ਕੇ ਲਿਆਉਂਦੇ ਦੇਖੋ ਨੇ। ਇੱਧਰ ਵੇਖੋ, ਇੱਕ ਰਾਫਜ਼ੀ ਡਾਇਰੈਕਟ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੋਹੀਨੇ ਸਹਾਬਾ ਕਰਦਾ ਜਾਂ ਮਤਲਬ ਤੋਹੀਨੇ ਆਇਸ਼ਾ ਸਦੀਕਾ ਜਾਂ ਉਮਹਾਤੁਲ ਮੋਮਿਨੀਨ ਕਰਦਾ, ਜਿਹੜਾ ਨਾ ਉਹਨੂੰ ਪਤਾ ਹੈ ਕਿ ਭਾਈ ਪਾਕਿਸਤਾਨ ਦਾ ਕਾਨੂੰਨ ਕੀ ਹੈ ਤੇ ਮੈਂ ਫੜਿਆ ਜਾਣਾ ਹੈ। ਹੁਣ ਉਹਨੂੰ ਇੱਕ ਚੋਰ ਦਰਵਾਜ਼ਾ ਲੱਭਾ ਇੰਜੀਨੀਅਰ ਮਿਰਜ਼ਾ ਦਾ ਸਟੂਡੈਂਟ ਬਣਨ ਦਾ। ਉਹਨੇ ਕਿਹਾ ਮੈਂ ਹੁਣ ਚਾਦਰ ਉਡਾਂਗਾ, ਮੈਂ ਕਵਾਂਗਾ ਇੰਜੀਨੀਅਰ ਮਿਰਜ਼ਾ ਦਾ ਮੈਂ ਸਟੂਡੈਂਟ ਹਾਂ। ਉਹ ਹੁਣ ਭੁਗਤ ਰੋਨਾਦ ਇੰਜੀਨੀਅਰ ਮਿਰਜ਼ਾ ਦਾ ਸਟੂਡੈਂਟ ਬਣ ਕੇ ਕਰਦਾ ਹੈ। ਉਹ ਇਹ ਰੋਲੇ ਪਏ ਨੇ ਜਨਾਬ। ਅਸੀਂ ਤੇ ਇੱਕ ਅਰਸੇ ਦੀ ਖੱਪ ਪਾਈ ਹੈ ਭਾਈ ਜੀ, ਇੰਜੀਨੀਅਰ ਮਿਰਜ਼ਾ ਦੇ ਪਿੱਛੇ ਜਾਂ ਤੇ ਕਾਦੀਆਨੀ ਖਲੋਤੇ ਨੇ ਜਾਂ ਐਥੀਇਸਟ ਖਲੋਤੇ ਨੇ ਜਾਂ ਰਾਫਜ਼ੀ, ਮੁਸਲਮਾਨ ਤੇ ਹੈ ਹੀ ਕੋਈ ਨਹੀਂ ਉਹਦੇ ਪਿੱਛੇ। ਉਹ ਇਹ ਰੋਲਾ ਹੈ ਵੀ ਔਰ ਦੇਖੋ ਜੀ, यानी मिर्जा एक जगह खलो जाता ना, फिर वो क्यों यानी ज़हनां नूं मुंतशिर रखना चाहता है ताकि सीढ़ियां बनदियां रहन, कोई किधरे चढ़ जाए कोई किधरे चढ़ जाए। जे किसी बंदे ने ना करनियां होण हरकतां, वो फिर एक लाइन पढ़दा है, वो बस मुंतशिर करन ते अज इत्थे कल इत्थे महीने बाद वक्री जगह ते उस तो महीने बाद अगली जगह ते। ਤੁਸੀਂ ਇਸ ਬੰਦੇ ਦੀ ਕਾਦੀਆਨੀ ਨਵਾਜ਼ੀ ਦਾ ਇੱਥੋਂ ਹੀ ਅੰਦਾਜ਼ਾ ਕਰ ਲਓ। ਸਿਰਫ ਇੱਕ, ਜ਼ਿਆਦਾ ਨਹੀਂ, ਅਸੀਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਗੱਲ ਇੱਕ ਹੀ ਬੜੀ ਹੁੰਦੀ ਹੈ। ਆਂਦਾ कादियानियों को यहूदों नसारा से बदतर तो ना कहो ना। अबे खबीस के बच्चे, हम तो कादियानियों को यहूदों नसारा की हम खंजीर से बदतर समझते हैं, फिरौन और अबू लहब से भी बदतर समझते हैं, मुसैलमा कज़्ज़ाब से भी बदतर समझते हैं। मुसैलमा कज़्ज़ाब ने सिर्फ नबूवत का दावा किया था, उसने मोहम्मद होने का दावा नहीं किया था। और मिर्जा कादियानी खंजीर मोहम्मद होने का दावा करता है। तू कह रहा है कि कादियानियों को यहूदों नसारा से बदतर तो ना कहो ना। सर 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 दा पुत्र ना होवे दे। वो कहता है मुसलमानों के गाय वजू चमक रहे होंगे क़यामत के दिन, और कादियानियों की भी चमक रहे बड़ा हैं। कुछ कहता जी, मैं ते पूरी पूरी ओदी वीडियो दा ऑपरेशन कीता जे। वो ते बोलियो ही कहावंदा कादियानियां ने कादियानियां ने कुरान दा तर्जुमा ठीक कीता, मुसलमानां ने तर्जुमे गलत कीते ने। वो ते आंदा कादियानियां नूं ते तबलीग असल च कीती होई मैं ते ओने हुण वेखो शुरली ओने एक कादियानी रजी ओने आके कीती इहदे नाल डिबेट ते एडे को बोंगे किस्म दे जवाब दिते सो अल्लाह दी कसम मेरा दिल करदा सी पर जुत्ती मेरे कोल हुंदी ते मेरे सामने बैठा हुंदा इहदा मैं मुंह लाल कर दिंदा लित्तर मार मार के। खबीस दिया पुत्रा तू कहंदे जवाब देना पिया, ओही काम होया। रजी ने 4.5 घंटे की एक वीडियो बनाई, 3.5 घंटे की एक बनाई, 5 घंटे की एक बनाई। उन्ने उदन का जो फड़िया जे हुण दवे ना जवाब। बस ये गल्लां ने यार। ਇਹ ਜਿਹੜੇ ਅਲੀ ਭਾਈ ਦੇ ਨਾਰੇ ਲਾਣੇ ਦਵੋ ਨਾ ਜਵਾਬ ਉਹਨੂੰ। ਕਿੱਥੇ ਵੜ ਗਏ ਹੋ? ਤੁਹਾਡਾ ਪਿਓ ਜਿਹੜਾ ਵੇ ਉਹ ਪੁਆੜੇ ਪਾਈ ਜਾਂਦਾ ਪਿਆ ਔਰ ਮੁਸੀਬਤਾਂ ਸਾਨੂੰ ਪਈਆਂ ਨੇ।
ਤੇ ਕਾਦੀਆਨੀਆਂ ਨੂੰ ਤੇ ਅਸੀਂ ਮਤਲਬ ਮੁਸਲਮਾ ਕਜ਼ਾਬ ਤੇ ਅਬੂ ਲਾਹਬ ਤੇ ਅਬੂ ਜਹਲ ਤੋਂ ਵੀ ਬਦਤਰ ਸਮਝਦੇ ਸਾਂ ਤੇ ਮਿਰਜ਼ਾ ਜੂਨੀਅਰ ਜੇਲਮੀ ਤੈਨੂੰ ਅਸੀਂ ਕਾਦੀਆਨੀਆਂ ਤੋਂ ਵੀ ਬਦਤਰ ਸਮਝਨੇ ਹਾਂ। ਤੇ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਨੇ ਇਹਨਾਂ ਨੂੰ ਸਭ ਤੋਂ ਬਦਤਰ ਸਮਝਨੇ। ਰੱਤੀ ਬਰਾਬਰ ਵੀ ਇਹਨਾਂ ਦੀ ਫੇਵਰ ਕਰਨ ਵਾਲੇ, ਹਮਾਇਤ ਕਰਨ ਵਾਲੇ, ਸਪੋਰਟ ਕਰਨ ਵਾਲੇ ਜਾਂ ਇਹਨਾਂ ਦੇ ਮੁਤਲਕੀਨ ਦੇ ਨਾਲ ਤਲਕ ਰੱਖਣ ਵਾਲੇ ਲਿਤਰਾ ਥੱਲੇ ਰੱਖਾਂਗੇ ਤੁਹਾਨੂੰ ਅਸੀਂ। ਨਵਾਂ ਡਰਾਮਾ ਲਾਇਆ। ਇਹ ਕੁਝ ਸਾਡੀਆਂ ਮਜਬੂਰੀਆਂ ਹੋ ਗਈਆਂ ਨੇ ਭਾਈ, ਸਮਝੋ ਗੱਲ ਨੂੰ, ਸਮਝੋ। ਜਵਾਬ ਤੇ ਅਸੀਂ ਦੇ ਰਹੇ ਨੇ ਨਾ। ਤੁਸੀਂ ਜਿਹੜੇ ਬਹਿ ਕੇ ਸੁਣਦੇ ਹੋ ਜਾਂ ਮਤਲਬ ਕਮੈਂਟ ਬਾਜ਼ੀਆਂ ਕਰਦੇ ਹੋ, ਤੁਸੀਂ ਤੇ ਨਹੀਂ ਯਾਰ ਫੀਲਡ ਦੇ ਵਿੱਚ। ਫੀਲਡ ਦੇ ਵਿੱਚ ਅਸੀਂ ਹਾਂ। ਉਹ ਤੇ ਕੁੰਡੀ ਮਾਰ ਕੇ ਬੈਠਾ ਹੈ, ਉਹਨੂੰ ਕੀ ਪਤਾ ਹੋਵੇ ਕੀ ਬੰਦਾ ਹੈ ਪਿਆ। ਚਲੋ ਜੀ ਗੱਲ ਕਰ ਲਓ ਜੀ। ਜਜ਼ਾਕੁਮੁੱਲਾ ਖੈਰ ਸ਼ਾਹ ਜੀ, ਬੜੀ ਸੁਥਰੀ ਰੋਸ਼ਨੀ ਪਾਈ ਹੈ ਤੁਸੀਂ ਇਹਦੇ ਜਿਹੜੇ ਅਕਾਇਦ ਨੇ। ਸ਼ਾਹ ਜੀ ਕੋਈ ਮਨਾਜ਼ਰਾ ਹੋਏਗਾ ਫਿਊਚਰ 'ਚ ਇਹਦਾ ਕਿ ਨਹੀਂ? ਮੁਨਾਜ਼ਰਾ ਕਿਹਦਾ ਹੋਏਗਾ? ਇਹ ਮਿਰਜ਼ੇ ਅਲੀ ਦਾ। ਉਹ ਜੀ ਉਹ ਮੁਨਾਜ਼ਰਾ ਆਲਿਮ ਆਦਮੀ ਕਰਦਾ ਹੈ ਜਾਂ ਇਲਮ ਵਾਲਾ ਕਰਦਾ ਹੈ ਡਿਬੇਟ, ਉਹ ਜਾਹਿਲ ਆਦਮੀ ਹੈ। ਉਹ ਆਪਣੀ ਜਹਾਲਤ ਦੀ ਚਾਦਰ ਓੜੀ ਉਹਨੇ। ਉਹਨੂੰ ਪਤਾ ਹੈ ਮੈਂ ਕਿੰਨੇ ਕੋ ਪਾਣੀ ਚਾਹ, ਕਿੰਨੀ ਮੇਰੀ ਔਕਾਤ ਹੈ। ਕੁਝ ਵੀ ਨਹੀਂ ਪਤਾ ਇਹਨਾਂ ਨੂੰ। ਗੁੱਜਰ ਭਾਈ ਥੱਲੇ ਇੱਕ ਜਨਮੀ ਕੁੱਤੇ ਦਾ ਫਾਲੋਅਰ ਬੈਠੇ ਬਕਵਾਸ ਕਰ ਰਹੇ, ਇਹਨੂੰ ਲੋ ਕਾਲ ਦੇ ਜ਼ਰਾ। ਕਾਦੀਆਨੀ ਬੜੇ ਬੜੇ ਬਕਵਾਸ ਕਰਦਾ, ਦਫਾ ਮਾਰ ਮੈਨੂੰ। ਕਾਦੀਆਨੀ ਹੈ। ਵੇਖ ਲਓ, ਇਹ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਕਾਦੀਆਨੀ। ਤਸਵੀਰ ਉਹਨੇ ਮਿਰਜ਼ਾ ਜੂਨੀਅਰ ਦੀ ਲਾਈ, ਡਰਾਮੇਬਾਜ਼ੀ ਹੋ ਰਹੀ ਹੈ। ਯਾਨੀ ਸਾਰੇ ਕਾਦੀਆਨੀ, ਰਾਫਜ਼ੀ ਔਰ ਐਥੀਇਸ, ਇਹ ਤਿੰਨ ਤਬਕੇ ਨੇ ਮਿਰਜ਼ਾ ਜੂਨੀਅਰ ਜੇਲਮੀ ਦੇ ਫਾਲੋਅਰ। ਹੋਰ ਤੇ ਸਾਨੂੰ ਮੁਸਲਮਾਨ ਤਾਂ ਕੋਈ ਨਜ਼ਰ ਨਹੀਂ ਆਉਂਦਾ। ਉਹ ਹਸਨ ਕਾਜ਼ਮੀ ਹੈ ਮਿਰਜ਼ਾ ਜੂਨੀਅਰ ਜੇਲਮੀ ਦਾ ਫਾਲੋਅਰ, ਉਹ ਵੀ ਰਾਫਜ਼ੀ ਹੈ। ਇਹ ਬਰਾੜ ਲਾ ਕੇ ਬੈਠੇ ਹੁੰਦੇ, ਜਿਹੜਾ ਜਿਹੜਾ ਵੀ ਇਹਨਾਂ ਦੇ ਨਾਲ ਲੱਗਾ ਉਹ ਸਾਰੇ ਰਾਫਜ਼ੀਆਂ ਦਾ ਟੋਲਾ ਬੈਠਾ ਹੈ। ਫਿਰ ਇਹਨਾਂ ਬੰਦਿਆਂ ਦਾ ਹੀ ਇੱਕ ਤਬਕਾ ਵੇ ਕਿ ਜਿਹੜਾ ਹਜ਼ਰਤ ਆਇਸ਼ਾ ਸਦੀਕਾ ਰੋਜ਼ਾਨਾ ਬਰਾੜ ਚਲਾਉਂਦਾ ਹੈ। ਉਹ ਇਹੋ ਹੀ ਨੇ। ਉਹ ਕਦੀ ਮਤਲਬ ਇਸ ਗਾਲਾਂ ਵਾਲੀ ਬਰਾੜ ਤੇ ਆ ਜਾਂਦੇ ਜੇ ਤੇ ਕਦੀ ਮਿਰਜ਼ਾ ਜੂਨੀਅਰ ਜੇਲਮੀ ਵਾਲੇ ਜਿਹੜੇ ਬੈਠੇ ਨੇ ਉਧਰ ਆ ਜਾਂਦੇ ਨੇ। ਇਹ ਤੇ ਕੰਮ ਨੇ ਇਹਨਾਂ ਦੇ। ਤੇ ਸਾਰੇ ਮੁੰਡੇ ਕੋਈ ਹਮਾਇਤ ਨਾ ਕਰਿਆ ਕਰੋ ਯਾਰ, ਤੁਹਾਡੀ ਮਿਹਰਬਾਨੀ ਖੁਦਾ ਦਾ ਨਾਂ ਜੇ। ਤੁਸੀਂ ਬਿਨਾਂ ਸਾਨੂੰ ਦਲੀਲ ਕਰਾਇਆ ਕਰੋ। ਰੱਤੀ ਬਰਾਬਰ ਵੀ ਕਿਧਰੋਂ ਬੋ ਨਜ਼ਰ ਆਂਦੀ ਏ, ਕੋਈ ਤਲਕ ਨਹੀਂ ਭਾਈ ਸਾਡਾ ਚੰਨ ਨਿਕਲ। ਬਿਹਤਰ ਹੋ ਗਿਆ ਸ਼ਾਹ ਜੀ, ਬਿਲਕੁਲ। ਬਾਬਾ ਜੀ ਮਜਬੂਰੀਆਂ ਹੋ ਗਈਆਂ ਨੇ ਸਾਡੀਆਂ, ਕੁਝ ਮਜਬੂਰੀਆਂ ਨੇ। ਅਸੀਂ ਅੱਲਾ ਰਸੂਲ ਨੂੰ ਕੀ ਮੂੰਹ ਬਹਾਨਾ ਭਾਈ ਦੱਸੋ? ਹੱਦ ਹੋ ਗਈ ਹੈ ਯਾਰ। ਮੁਬਸ਼ਰ ਸ਼ਾਹ ਅਗਰ ਕੁਝ ਕਰ ਨਹੀਂ ਸਕਦਾ ਹਜ਼ੂਰ ਦੇ ਦੀਨ ਦਾ, ਤੇ ਕਮ ਅਜ਼ ਕਮ ਫਿਰ ਇੰਜ ਹਜ਼ੂਰ ਦੇ ਦੀਨ ਦੇ ਦੁਸ਼ਮਣਾਂ ਦੇ ਨਾਲ ਕੋਈ ਤਲਕ ਵਾਸਤਾ ਰੱਖੇ। ਤੇ ਯਾਰ ਮੈਂ ਤੇ ਡੁੱਬ ਮਰਾਂ ਯਾਰ, ਮੇਰੇ ਕੋਲ ਤੇ ਨਹੀਂ ਹੁੰਦੇ ਇੰਜ ਦੇ ਕੰਮ। आज ले उनकी पनाह, आज मदद मांग उनसे, फिर न मानेंगे कयामत में अगर मान गए। बेशक बेशक बेशक। ठीक है, शुक्रिया शाह साहब, थोड़ा खाना खा रहे। जी 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 जज़ाकल्लाह। गुलाम मुर्तज़ा भाई को गाली सुनाओ। लोधी भी बैठा थले झुम मार के। अस्सलाम वालेकुम, कैसे हैं आप? अल्हम्दुलिल्लाह।
जी उस्ताद मोहतरम, मैं भी यही अर्ज कर रहा था कि हमें सोशल मीडिया के ऊपर पूरी एक शेर की निगाह रखनी चाहिए। यहाँ पे पता ही नहीं चलता कि कौन बंदा जो है वो किस टाइम कौन सी बात कर जाता है। नए नए अकायद, नए नए मतलब चीज़ें लेके लोग मार्केट में आ जाते हैं। जैसे आपने कल वो क्या नाम है उसका, हुसैनी या हुसनैन नाम के बंदे को आपने एक्सपोज किया, तो काफ़ी दिनों से वो हमारे शक के दायरे में था। कुरान पाक की आयत पढ़ेगा, उसका कहेगा जो मैं समझाऊं ना, मतलब वो मैं ये समझाऊं। तू कौन होता है अपनी तरफ से खुद साख्ता जो है वो मतलब निकालने वाला। तो इस तरह के बहुत सारे लोग हैं, पता ही नहीं चलता उनका। तो हमें जो है वो बड़ा एक्टिव रहना चाहिए इन मामलात के अंदर। बिल्कुल जी बिल्कुल। और मैंने वो कायदा कुलिया बताया हुआ है, दोबारा बता देता हूँ भाई, ये कुरान के तर्जुमे लुगत से तय नहीं होते। ये कायदा कुलिया ज़हन नशीं कर लें, ये बड़ी जगह फिट होगा। ये कुरानिस्ट पर भी ये फिट होगा, कादियानियों पर भी फिट होगा, और भी मिर्जा जूनियर जेलमी फैमिली के ऊपर भी फिट होगा। कुरान के तर्जुमे लुगत से तय नहीं होते, ये कायदा कुलिया है। वो मफहूम की 3 किस्में मैंने बड़ी दफ़ा बताई हैं। इल्मे मंतिक की किताब आपको बड़ी दफ़ा दिखाई है, हाँ जी। और बताया था मैंने कि मनकूल की 3 किस्में होती हैं। मनकूल शरई होता है, मनकूल उर्फी होता है, मनकूल इस्तिलाही होता है। मनकूल की डेफिनेशन ये है कि वो मुफरद है जिसे वाज़े ने इब्तदा में तो एक माना के लिए वज़ा किया हो, फिर बाद में किसी दूसरे माना के लिए इस्तेमाल किया जाने लगा हो, और दूसरे माना में इसका इस्तेमाल इस तरह मशहूर हो गया हो कि उसका पहला माना मौजू लाहू बिल्कुल छोड़ दिया गया हो। अब नाकिल के एतबार से मनकूल की 3 किस्में हैं। मनकूल शरई, अगर नाकिल अरबाब शरा हो तो उसे मनकूल शरई कहते हैं। जैसे लफ्ज़ सलाह है, इसका लुग़वी माना तो दुआ है, लेकिन शारे के नज़दीक सलात अरकान मखसूसा को कहते हैं। मनकूल उर्फी, अगर नाकिल उर्फ आम वाले हों तो उसे मनकूल उर्फी कहते हैं। जैसे लफ्ज़ दाब्बातुन का लुग़वी माना तो हर वो जानवर है जो जमीन पे रींग कर चले, लेकिन उर्फ आम में घोड़े और चौपायों को भी दाबा कहते हैं। मनकूल इस्तिलाही, अगर नाकिल एक मखसूस तबका और ग्रोह हो तो उसे मनकूल इस्तिलाही कहते हैं। जैसे लफ्ज़ इसम का लुग़वी माना बुलंदी और उल्व है, लेकिन नहवियों के नज़दीक इसम वो कलमा है जो तन्हा अपने माना दे और कोई ज़माना इसमें ना पाया जाए। तो यहाँ पे भाई मनकूल शरई मुराद होगा, लुगत से तर्जुमे नहीं बल्कि बाबों के किए हुए तर्जुमे जो सीना बासीना चलते हुए हम तक पहुंचे। हाँ, लुगत खोलो जी, लुगत खोलो जी, लुगत में लिखा है जी इस लफ्ज का तर्जुमा ये है जी। और तू शारे में है, ये लुगत तो शारे ने वदा करनी थी। नहीं जी, लुगत खोलो जी, लुगत तो लुगत में तो एक एक लफ्ज के एक एक हजार माना है। तूने फिर ये माना क्यों लिया, दूसरा माना क्यों नहीं लिया, तीसरा क्यों नहीं लिया, चौथा क्यों नहीं लिया? बड़े किस्म के सवाल पैदा होंगे। उसको छोड़ने की वजह क्या है भाई? अगर लुगत से वदा कर रहे हो तुम तर्जुमा और मफहूम, तो उसके छोड़ने की वजह भी तो बताओ ना। दीगर माना को तुमने क्यों छोड़ा, कोई वजह बताओ। वो वजह पूछी जाएगी। जी लोधी साहब कुछ दिखाना चाह रहे हैं। लोधी क्या दिखा रहे हो? जी उस्ताद मोहतरम, ये मैं बहुत सारे भाइयों को पता नहीं है, आप भी अगर वीडियो दिखा सकें कि जिसमें आपने मिर्जा जूनियर की लाइव ब्रॉड के अंदर जाके इसको चैलेंज किया था और ये भाग गया था।
ये अगर हाँ ये देखिए जी, ये साथ लाइव मेरी लाइव चल रही है और मैंने उसको कॉल भी की हुई है। नीचे कोने में उंगली अगर रख के दिखाओ जरा यार लोधी, उंगली नीचे छोटी स्क्रीन, माउस उंगली रख के वहा देना यार, तू माउस करना है पिया उंगली नाल ए देखो थल्ले मैं भी बैठा वा, मैनू वेंतियां ही तितर हो गए। जरा चला ना जरा थोड़ी जी आवाज से है ना यार। चुई मुआ रह गया पीछे। उस्ताद जी ये वीडियो मैं जब भी देखता हूँ ना, यकीन करें मजा आ जाता है। शाह साहब अपना मैं कहता हूँ कि ये जो कुरानिस्ट हैं, मेरे नज़दीक तो ये जितनी मेरी सिक्स सेंस से मैं समझता हूँ कि ये सहाबा से बड़ा होने का दावा करते हैं। उसकी वजह मैं आपको बताऊँ कि देखें कि कुरान करीम आया है अरबी में, सहाबा की ज़ुबान है अहले अरब की अरबी, ठीक है, लेकिन वो भी जब कुरान पढ़ते तो सरकार दो आलम जाने जाना रहमत लिल आलमीन से पूछते कि सरकार ये क्या मतलब है, अल्लाह क्या फरमा रहे हैं। तो सरकार दो आलम जाने जाना उन्हें बताते कि भाई इस आयत का ये मतलब है, ठीक है ना। तो नबी पाक उनके टीचर हुए। और ये जो कुरानिस्ट हैं ये तो मानते ही नहीं किसी को, ये खुद ही कहते हैं पढ़ के और खुद ही अपना मतलब उससे मतलब निकालते हैं और लोगों को बताते कि नहीं इस आयत का ये मतलब है, इसका ये मतलब है, अल्लाह ये कह रहा है। तो क्या यहाँ पे मेरी बात ठीक है कहना कि ये अपने आप को सहाबा से बढ़कर समझते हैं इस वे में? क्योंकि जब वो अहले ज़ुबान उन्हें समझ नहीं आया कुरान पाक, वो नबी करीम जाने जाना से पूछ रहे हैं कि सरकार बताएं क्या मतलब है, तो इन लोगों को कैसे समझ आ गया? ओ ये काशी बड़ा कुछ ही समझते हैं। असल बात यह है कि तकब्बुर बड़ी चीज है कि मैं जानता हूं सब कुछ, मेरे पास बड़ा इल्म। ये सब वो तकब्बुर करवा रहा है, शैतान करवा रहा है, शैतान लईन करवा रहा है। हमें पता है, हम नहीं किसी बाबे बुजुर्ग को मानते, हम नहीं जानते किसी को। हाँ, वो शैतान करवा रहा है इनसे ना, शैतान के ये लोग पैरोकार है। अल्लाह अकबर, अल्लाह पता नहीं क्या हो गया है। बहरहाल मुझे जब भी ये ना फिर तसल्ली हो जाती है, क्योंकि हुजूर जी ने पहले ही फरमा दिया है, सरकार ने पहले ही गैब की खबर ये दे दी हुई है कैसे होना है, तो चुप हो जाती हैं फिर यार कि सरकार आपने खुद ही फरमाया था ये होना है। तो देख रहे हैं हम, अपनी खुली आंखों से देख रहे हैं, जैसे जैसे आपने फरमाया वैसे ही हो रहा है। तो ये हो के रहना जनाब। मैनू तो वो यार इजाजत, फिर शिकार ते मेरा कोई आया को नहीं। मेरी आवाज आ रही है? हाँ जी हाँ जी ये मुफ्ती साहब जाइयो ना, अस्सलाम वालेकुम। जी थोड़ी आवाज आ रही है मुफ्ती साहब? जी 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 शाह जी गुजारिश ये है कि जब मैं कहीं जाके शाह साहब बैठूं ना, ਇੱਥੇ ਹੀ ਹੋ, आवाज तुझे नहीं आ रही। जी आवाज मेरी नहीं आ रही? आ रही है। आ रही आ रही आपकी शाह जी आवाज आ रही है। गुलाम मुर्तजा भाई नु कोई शायद इशू है। हाँ जी, जी। अदील तू दस। उम्र दा शाह जी तकाजा गुजारिश ये है जी कि गुजर बादशाह गुजर, आवाज आ रही है भाई जी? मुर्तजा शाह भाई साहब, आवाज आ रही है? आवाज आ रही है? अदील बात करना चाह रहे हैं, आवाज आ रही है आपकी? ओहो के रौला पै गया। अच्छा शाह जी गुजारिश ये है कि जब मैं किसी ब्रॉड पे जाके बैठूं ना, तो वहाँ एक मकसद होता है जाके बैठने का ना, तो ये अपने सारे जितने मुसलमान भाई है ना, इन्हें गुजारिश कर दे कि उधर ऊपर जाके ये ना कहा करे अली दमलंग जी आवाज आ रही है जी मेरी? अस्सलाम वालेकुम जी गुलाम मुर्तजा भाई आवाज आ रही है, ਤੁਹਾਨੂੰ ਸਾਡੀ ਬਾਤ ਨਹੀਂ ਜਾ ਰਹੀ ਤੇ ਮਾਈਕ ਮਿਊਟ ਰੱਖੋ ਅਗਰ ਤੁਹਾਨੂੰ ਹੁਣ ਐਡਮਿਨ ਨਹੀਂ ਕਰ ਸਕਦਾ। ਹਾਂ ਅਦੀਲ
جی شاہ جی میں یہ کہہ رہا ہوں کہ جب میں کسی براڈ پہ جا کے بیٹھتا ہوں نا اس کے پیچھے ایک مقصد ہوتا ہے نا. اب کل ایک خاتون کی براڈ پہ انڈین لڑکی ہے ادھر پاکستان کو گالیاں دی گئی ہیں مرزئی کے ہاتھوں, ساروں نے سنا ہے, میں نے سارے مسلمان بھائیوں کو شیئر کیا نا, تو وہ موڈیٹیٹر بھی ہے وہاں پہ. تو تھوڑی سی آپ بھی سمجھتے کہ اسلام میں جاسوسی کی کچھ لمٹس ہے, کر سکتے اجازت ہے, تو لیکن مسئلہ یہ ہے نا ہمارے اپنے بھائی پھر جون سے ہے نا تھوڑا سا وہ گھبرا جاتے ہیں. چلیں ادھر بیٹھیں ادھر آ کے سوال جواب کریں, لیکن جس براڈ پہ بیٹھا ہوں وہاں جا کے نا کہ یار اتنے کی کر رہے. ایک تو عدیل خود آپ کے پاس اتنی کمانڈ ہونی چاہیے کہ آپ ان ایتھیسٹ یا مطلب اس قسم کے لوگوں کا پھر مقابلہ کر سکو. اور اگر آپ سمجھتے ہو کہ واقعی یہ آپ کے پاس اتنا نالج ہے اور اتنی معلومات ہے کہ آپ ان کو ان کے تمام اعتراضات کے جوابات بھرپور دے سکتے ہو, تو پھر تو آپ جا کے بھی بیٹھیں اور ان کو پھر جواب دیں, تو پھر تو چلو کچھ سمجھ آتی ہے. اور اگر آپ کو بھی علم نہیں ہے تو پھر تو آپ کا بھی جانا نجائز ہو جائے گا نا. وہ نہیں شاہ جی, کہ دوسرے بھائی میں تھوڑا سا کریکٹ کر دوں, میں یہ نہیں کہہ رہا میرے پاس بہت علم ہے یا ایسے ویسے نا, صرف میں گزارش یہ کر رہا ہوں کل جب وہ پاکستان کو اور ہمارے علماء کرام کو عالم کو گالیاں دے رہا تھا نا مرزئی قادیانی سیکھنے کی براڈ پہ بیٹھ کے, میں نے سب کو شیئر کیا نا, لیکن وہاں مسئلہ یہ ہے وہ جو بندہ گالیاں دے رہا ہے نا وہی موڈیٹیٹر ہے, ہم اوپر جا رہے ہیں بیٹھ رہے ہیں. یہ ہوتا ہے ادھر دیکھو عدیل, یہ نا ان چکروں سے ہم ہو گزرے ہیں. پھر یہ ہے کہ پھر ہر کام کے لیے پھر تیار رہو, پھر جہاں سے بھی تیر آتے ہیں وہ پھر اپنے سینے پر جھیلنے پڑیں گے. ہاں پھر نکلے ہو میدان میں یا تو اپنے بہاف پر کرو, پھر جو مرضی کرو, پھر ہر کام کے لیے تیار رہو کہ یہ بھی ہو سکتا ہے. ہر ممکنہ چیز تمہارے ذہن میں ہونی چاہیے کہ یہ ہو سکتا ہے میرے ساتھ. ہاں یہ پھر بات ذہن میں ان کو کہہ بھی دوں, انہوں نے کون تھا میری مان لینی ہے. تو یہ ہے کہ طریقہ کار یہی ہے, پھر ہر کام کے لیے تیار رہو, پھر وہ تمہیں السلام علیکم. خود ہی جی ਅੱਛਾ ਜੀ ਮੁਫਤੀ ਸਾਹਿਬ ਮੈਂ ਤੁਸੀਂ ਆਵਾਜ਼ ਵੀ ਦਿੱਤੀ ਸੀ ਤੇ ਮੈਂ ਆਵਾਜ਼ ਤੁਹਾਡੀ ਬਿਲਕੁਲ ਕੰਪਲੀਟਲੀ ਮੈਂ ਮਾਸ਼ਾਅੱਲਾ ਗੱਲਾਂ ਸੁਣ ਰਿਹਾ ਸਾਂ, ਔਰ ਇਹ ਬੰਦੇ ਮੁਖਤਲਿਫ ਬਣ ਕੇ ਉਹ ਜੇਲ ਮੇਰੀ ਭਾਈ ਨੇ ਵੀਡੀਓ ਵੀ ਚਲਾਈ ਸਾਰਾ ਕੁਝ. एक अर्ज़ है कि चलें उर्दू में पैगाम दूर तक जाता है कि जब आप किसी की सोबत में बैठेंगे ना वो रंग चढ़ जाएगा, चाहे वो अच्छे की सोबत में बैठें या बुरे की. मिर्ज़ाइयों की सोबत में बैठ के तो वो रंग चढ़ना शुरू हो जाता है बंदे के ऊपर. अब मैं आपको पॉइंट आउट करूं, यहाँ एक साहब हैं मलक मुनव्वर हुसैनी साहब, आम तौर पे हुसैनी साहब के नाम से उनको लोग जानते हैं. तो वो उनका भी कुरान करीम की उनको बड़ी सारी आयतें याद हैं, और उनके साथ बैठ के और वो सरी तौर पे मिर्ज़ाइयों की तरफ वो झुकाव रख के तो वो कभी आपको रोकेंगे कभी दूसरी तरफ चले जाएंगे, आपको उनका पता नहीं चलेगा. लेकिन बैठ के एथियस्ट की सोबत में या दीगर की अपने भाइयों से दूर रह के तो वो रंग चढ़ जाएगा. आप में वो जो ईमानी जज्बा है वो कहीं ना कहीं माइल्ड होता, मतलब है नरम होता लगने लग जाएगा. तो इसलिए सोबत का असर मैंने ये महसूस किया है, तजुर्बे में भी आया है कि बंदा गपशप के मूड में चला जाता है, बंदा लाइट लेना शुरू कर देता है. और लेकिन कुफ्र को लाइट नहीं लेना किसी भी सूरत में. एक बंदा कुरान करीम की आयात का सरी मुनकर है, अहादीस का मुनकर है, और ये मैं बात कर रहा हूँ हुसैनी साहब की. खुसूसन मेरी ज़कात के मामले में उनसे बात हुई, कहते हैं जनाब इदारे ही कोई नहीं, बैतुल माल ही कोई नहीं, कितने दइए. और फिर किसी नबी ने नहीं आना, ना इमाम मेहदी अलैहिस्सलाम ने आना है. तो ये अब किधर जा रहा है, क्या बंदा है वो, या तो एथियस्ट है, कुरानिस्ट है, या कोई मखलूत किस्म का बंदा है. तो ऐसे बंदों की सोबत में ना बैठा जाए. और ऐसे बंदे जिस तरह अभी आप फरमा रहे हैं, आपने एक दफ़ा पहले भी फरमाया था कि जिनको मालूम नहीं है कुछ ज़्यादा, तो उनके बैठना गुनाह एक तरह का ऐसी सोबत में कि जहाँ उनको ऐसा हो कि मुमकिन है. मैं सैयद अपना
علامہ محمد انسیالی حافظ اللہ سے کافی سال پہلے کی بات ہے. میں نے اجازت چاہی اور بات کرنا چاہیے. میں نے کہا جی کچھ میں مسئلہ مرزائیوں کے بارے میں سمجھنا چاہتا ہوں, مرزائی میری کال نہیں اٹھا رہا. تو کہتے ہیں جی عام طور پہ اس وقت تو کم مجھے جانتے تو تھے, لیکن ان کو اتنا یہ ختم نبوت کے حوالے رد قادیانیت کے حوالے سے زیادہ معلوم نہیں تھا مجھے, اور ان کو پتہ تھا کہ کچھ نہ کچھ یہ جانتا ہے. کہتے جی عام طور پہ ہم اجازت نہیں دیتے, لیکن آپ جو بات کر رہے ہیں کچھ نہ کچھ آپ کو معلوم ہے, تو اگر آپ بات کریں تو ایسے کیجئے گا. تو اس لیے ایسی جگہ بیٹھ کے بغیر حوالہ تیار کیے, ابھی ہم سیکھ رہے ہیں. شاہ صاحب خود فرماتے ہیں کہ جناب یہ خود اسٹوڈنٹ ہیں, تو ہماری تو جناب وہ ہم تو کسی کھاتے میں ہی نہیں نہ آتے. تو بھائی لوگ جذبات بہت زیادہ رکھتے ہیں, لیکن آیات کا شان نزول دیکھ لیں, صحابہ کا فہم دیکھ لیں, یہ حدیث کہاں سے چلی ہے, مرزائی کیا کہہ رہے, حوالہ تیار کر کے تو آگے جائیں اور اتنی ہی بات کریں, ٹو دا پوائنٹ کر کے, دائیں بائیں نہ کریں. اور صحبت کا اثر لازمی ہوگا. آپ بیٹھیں گے تو مرزائیوں کا رنگ چڑھے ہی چڑھے, آپ گپ شپ میں چلے جاتے ہیں. جی فرمائیے جی. بالکل جی, بالکل بالکل بجا فرمایا آپ نے, رنگ چڑھتے ہی چڑھتے ہیں. اور میں دیکھ رہا ہوں کہ جب میں ٹک ٹاک پہ آیا تھا تو کچھ نئے سارے نئے تھے میرے لیے, تو نئے لوگ, تو ان کو پھر میں نے, وہ پہلے ہمارے ساتھ بیٹھتے تھے, پھر میں نے دیکھا کہ انہوں نے صرف قادیانیوں کی ہی برادوں پر وہ مجھے نظر آج کل آ رہے ہیں, اور جب ہماری برادوں پہ وہ آ نہیں رہے, تو وہ نا میں دیکھتا ہوں ان کی گفتگو نیچے بیٹھ کے سن رہا ہوتا ہوں. یقین جانے میں کہہ رہا ہوں یار یہ کدھر نکل رہے ہیں یہ بندے ہمارے. تو صحبت بھائی رنگ لاتی ہے, بھائی صحبت رنگ لاتی ہے. ہاں جی, بس دوستیاں لگاؤ گے تو پھر ہاں میں ہاں تو ملانی پڑے گی نا, دوستی ایسے تو نہیں لگتی. اب دیکھیں نا مبشر شاہ کی زندگی کیسی ہے, اپنے اور غیر سب کو پتہ ہے اس کی زبان کیسی ہے, اس کا مزاج کیسا ہے. ہاں الحمدللہ اس پر مجھے فخر ہے, کیونکہ میں منافق نہیں ہوں, سب جانتے ہیں. دشمن بھی میرا جانتا ہے کہ یہ ہمارا دشمن ہے, اپنے بھی جانتے ہیں کہ یار یہ بات اس کے سامنے نہیں کرنی, نہیں تو اس نے بول پڑنا ہے. ہاں تو ایسا کچھ آپ کا کردار اور آپ کی زندگی کا ایک کم از کم ہونا چاہیے, صاف ستھرا نکھرا ہوا ایک پہلو زندگی کا ہونا چاہیے. تو وما علینا الا البلاغ. یار مینوں جان دیو بھائی, میں چلنا یار, ہیں اجازت ہے ساریاں دی طرف. اللہ دے والے جزاک اللہ, دعاؤں چ یاد رکھو, زور دا ٹائم نیڑے پہنچا تواڈے کول. اللہ دے والے جی. السلام علیکم. وعلیکم السلام ورحمۃ اللہ وبرکاتہ. دل بھائی میں تھوڑا میسج ہوں دیکھا, شاہ صاحب چلے گئے, چلو کوئی نہیں, اللہ خیر کرے, پھر صحیح. تے ہور سناؤ بزرگو, ٹھیک ٹھاک ہو, طبیعت ٹھیک؟ جی گجر پائے نے دلیا کھا لیا سی میں شاہ